इस वीडियो ਨੂੰ देख रहे सारे दर्शकों ਨੂੰ मेरी प्यार भरी सत श्री अकाल। इस तो पहला वेले वाली वीडियो ਵਿੱਚ ਆਪਾਂ फंक्शन ਦੇ बारे पढ़िया सी कि फंक्शन ਦੀ स्ट्रक्चर की है। पहले ਉਹਦੀ रिटर्न टाइम, फिर फंक्शन नेम, फिर पैरामीटर लिस्ट, फिर फंक्शन बॉडी। एक फंक्शन ਦੀ बेसिक स्ट्रक्चर है। फिर उस 'ਚ ਆਪਾਂ ਨੇ देखा सी कि एक फंक्शन ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ। मेन भी अपना एक फंक्शन है जोड़ा कि कंपाइलर द्वारा सब तो पहला फंक्शन जो रीड किया जाता है। फिर आप यूजर डिफाइन फंक्शन बनाया सी, ਉਹਨੂੰ लिखिया सी। फिर उस फंक्शन ਨੂੰ ਆਪਾਂ ਕੋਲ ਕੀਤਾ ਸੀ ਤੇ ਆਪਾਂ ਫਿਰ ਐਚਯੂਜ਼ ਤੇ ਫਾਰਮਲ ਪੈਰਾਮੀਟਰ ਬਾਰੇ ਪੜ੍ਹਿਆ ਸੀ। ਜੋ ਆਪਾਂ ਫੰਕਸ਼ਨ ਕੋਲ ਕਰਦੇ ਸੀ ਉਹਨਾਂ ਨੂੰ ਆਪਾਂ ਐਚਯੂਜ਼ ਪੈਰਾਮੀਟਰ ਕਹਿੰਦੇ ਸੀ, ਜਿਹੜੇ ਪੈਰਾਮੀਟਰਸ ਆਪਾਂ ਉਸ ਟਾਈਮ ਤੇ ਦਿੰਦੇ ਸੀ। ਤੇ ਜਦੋਂ ਆਪਾਂ ਫੰਕਸ਼ਨ ਡਿਫਾਈਨ ਕਰਦੇ ਹਾਂ ਉਹਨਾਂ ਨੂੰ ਆਪਾਂ ਫਾਰਮਲ ਪੈਰਾਮੀਟਰਸ ਕਹਿੰਦੇ ਹਾਂ, ਜਦੋਂ ਆਪਾਂ ਡਿਫਾਈਨ ਕਰਦੇ ਹਾਂ ਫੰਕਸ਼ਨ ਨੂੰ। ਤੇ ਹੁਣ ਆਪਾਂ ਜੋ ਅੱਗੇ ਪੜ੍ਹਨ ਜਾ ਰਹੇ ਹਾਂ, ਬੇਸਿਕ ਚੀਜ਼ ਤਾਂ ਸਾਰੀ ਫੰਕਸ਼ਨ ਦੀ ਉਹੀ ਹੈ। ਬਸ ਇਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਦੇਖਾਂਗੇ ਕਿ ਫੰਕਸ਼ਨ ਇੱਕ ਦੂਜੇ ਨਾਲ ਕਮਿਊਨੀਕੇਟ ਕਿਵੇਂ ਕਰਦੇ ਆ। ਜਿਵੇਂ ਕਿ ਆਪਾਂ ਦੇਖਿਆ ਕਿ ਇੱਕ ਫੰਕਸ਼ਨ ਕੋਲਿੰਗ ਅਲੱਗ ਚੀਜ਼ ਹੈ ਅਤੇ ਫੰਕਸ਼ਨ ਡੈਫੀਨੇਸ਼ਨ ਅਲੱਗ ਚੀਜ਼ ਹੈ। ਉਹਨਾਂ ਨੂੰ ਕੋਲ ਕਰਨਾ ਪੈਂਦਾ ਤਾਂ ਉਹਨਾਂ ਦੇ ਵਿੱਚ ਇੱਕ ਕਮਿਊਨੀਕੇਸ਼ਨ ਵੀ ਜ਼ਰੂਰੀ ਹੈ ਕਿ ਉਹ ਕਿਸ ਤਰੀਕੇ ਨਾਲ ਕਮਿਊਨੀਕੇਸ਼ਨ ਕਰਦੇ ਨੇ। ਇਹ ਉਹੀ ਤਰੀਕੇ ਹੈ। ਇੱਕ ਪਹਿਲਾ ਮਤਲਬ 3 ਕੈਟਾਗਰੀਜ਼ ਡਿਵਾਈਡ ਕੀਤਾ ਗਿਆ ਇਹਨਾਂ ਨੂੰ, ਡਾਊਨਵਰਡ ਫਲੋ, ਐਨ ਅਪਵਰਡ ਫਲੋ ਅਤੇ ਬਾਇਓਡਕਸ਼ਨ ਫਲੋ। ਜਿਵੇਂ ਕਿ ਆਪਾਂ ਜਨਰਲ ਮਲਟੀਪਲੈਕਸ਼ਨ ਪੜ੍ਹਦੇ ਹੁੰਦੇ ਸੀ ਕਿ 1 ਵੇ ਸਿੰਗਲ ਪਲੈਕਸ, ਡੂਪਲੈਕਸ, ਮਲਟੀਪਲੈਕਸ। ਉਸੇ ਤਰ੍ਹਾਂ ਨਾਲ ਇਹ ਹੈ ਕਿ ਇੱਕ ਸਾਈਡ 'ਤੇ ਡਾਊਨਵਰਡ ਫਲੋ ਅਤੇ ਦੂਸਰੀ ਵੀ ਇੱਕ ਸਾਈਡ 'ਤੇ ਸਿੰਗਲ ਸਾਈਡ ਫਲੋ, ਅਪਵਰਡ ਫਲੋ। ਫਿਰ ਇੱਕ ਆਪਣਾ ਹੈਗਾ ਬਾਇਓ ਡਾਇਰੈਕਸ਼ਨ ਕਿ ਦੋਨੇ ਆਪਸ 'ਚ ਕਿਵੇਂ ਕਮਿਊਨੀਕੇਟ ਕਰਦੇ ਨੇ। ਇਸ ਦੇ ਵਿੱਚ ਇੱਕ ਕੰਸੈਪਟ ਹੋਰ ਕਵਰ ਹੁੰਦਾ ਜਿਹਨੂੰ ਆਪਾਂ ਬੋਲਦੇ ਕਾਲ ਬਾਏ ਵੈਲਿਊ ਅਤੇ ਕਾਲ ਬਾਏ ਰੈਫਰੈਂਸ। ਇਹ ਵੀ ਇਹਦੇ ਵਿੱਚ ਹੀ ਕਵਰ ਹੁੰਦਾ ਕਿ ਜਦੋਂ ਆਪਾਂ ਕਮਿਊਨੀਕੇਟ ਕਰਦੇ ਹਾਂ ਤਾਂ ਜਦੋਂ ਫੰਕਸ਼ਨ ਨੂੰ ਕੋਲ ਕਰਦੇ ਹਾਂ ਕਿਸ ਤਰੀਕੇ ਨਾਲ ਕੋਲ ਕਰਦੇ ਹਾਂ, ਕਿ ਕਾਲ ਬਾਏ ਵੈਲਿਊ ਕੋਲ ਕਰਦੇ ਹਾਂ ਕਿ ਸਿਰਫ ਇਕੱਲੀ ਵੈਲਿਊ ਹੀ ਪਾਸ ਕਰਦੇ ਹਾਂ, ਜਦ ਕਾਲ ਬਾਏ ਰੈਫਰੈਂਸ ਕਿ ਇੱਕ ਰੈਫਰੈਂਸ ਪਾਸ ਕਰਦੇ ਹਾਂ ਜਿਹਦੇ ਵਿੱਚ ਇਹ ਕਮਿਊਨੀਕੇਸ਼ਨ ਆਪਾਂ ਆਹ ਪੜ੍ਹਾਂਗੇ ਅਤੇ ਆਪੇ ਨਾਲ ਕਲੀਅਰ ਹੋ ਜਾਊਗਾ। ਤੁਹਾਨੂੰ ਮੈਂ ਦੱਸਦਾ ਰਹੂੰਗਾ ਕਿ ਕਿਹੜੀ ਕਮਿਊਨੀਕੇਸ਼ਨ ਕਾਲ ਬਾਏ ਵੈਲਿਊ ਨਾਲ ਹੋ ਰਹੀ ਹੈ ਅਤੇ ਕਿਹੜੀ ਕਾਲ ਬਾਏ ਰੈਫਰੈਂਸ ਨਾਲ ਹੋ ਰਹੀ ਹੈ। ਨੈਕਸਟ ਸਲਾਈਡ 'ਚ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਇਹਨਾਂ ਨੇ ਤਿੰਨੇ ਕੈਟਾਗਰੀ ਨੂੰ ਸਮਝਾਇਆ ਕਿ ਡਾਊਨਵਰਡ, ਅਪਵਰਡ ਅਤੇ ਬਾਇਓਡਕਸ਼ਨ। ਡਾਊਨਵਰਡ ਦੇ ਵਿੱਚ ਕੀ ਹੈ, ਕੋਲਿੰਗ ਫੰਕਸ਼ਨ ਕੋਲ ਕਰਦਾ ਬਸ ਕਿ ਕੋਲਿੰਗ ਫੰਕਸ਼ਨ ਹੀ ਕਮਿਊਨੀਕੇਟ ਕਰਦੇ ਹੈ ਜਿੱਥੇ ਆਪਾਂ ਨੂੰ ਕੋਲ ਕਰਨਾ ਹੈ। ਇਸ 'ਚ ਜ਼ਿਆਦਾਤਰ ਕੋਲ ਬਾਏ ਵੈਲਿਊਜ਼ ਕਮਿਊਨੀਕੇਸ਼ਨ ਹੁੰਦੀ ਹੈ। ਇਸੇ ਤਰ੍ਹਾਂ ਹੀ ਦੂਸਰਾ ਕਿ ਅਪਵਰਡ ਕਮਿਊਨੀਕੇਸ਼ਨ, ਇਹਦੇ ਵਿੱਚ ਕੀ ਕੋਲਿੰਗ ਫੰਕਸ਼ਨ ਕੋਲ ਕਰਦਾ ਪਰ ਜਦੋਂ ਕਮਿਊਨੀਕੇਟ ਕਰਦਾ ਤਾਂ ਉੱਥੇ ਕੋਈ ਡੇਟਾ ਚੇਂਜ ਕਰ ਸਕਦਾ ਜਿਹੜਾ ਕਿ ਬੈਕਵਰਡ ਆਪਾਂ ਨੂੰ ਮਿਲ ਸਕੇ, ਤਾਂ ਉਸ ਨੂੰ ਆਪਾਂ ਬੋਲਦੇ ਨੇ ਅਪਵਰਡ ਕਿ ਕੋਲਡ ਫੰਕਸ਼ਨ ਕੋਲਿੰਗ ਫੰਕਸ਼ਨ ਨੂੰ ਕੁਛ ਕਮਿਊਨੀਕੇਟ ਕਰ ਰਿਹਾ, ਦੱਸ ਰਿਹਾ। ਤੀਸਰੀ ਜਿਹੜੀ ਆਪਣੀਆਂ ਬਾਇਓ ਡਾਇਰੈਕਸ਼ਨਲ, ਇਸ ਦੇ ਵਿੱਚ ਕਿ ਦੋਨੇ ਫੰਕਸ਼ਨ ਇੱਕ ਦੂਜੇ ਨੂੰ ਡੇਟਾ ਪਾਸ ਕਰ ਰਹੇ ਨੇ, ਮਤਲਬ ਐਡਰੈਸਿਸ ਪਾਸ ਕਰ ਰਹੇ ਨੇ ਜਿਹਦੇ ਨਾਲ ਕਿ ਦੋਨਾਂ ਪਾਸੇ ਕਮਿਊਨੀਕੇਸ਼ਨ ਹੋ ਰਿਹਾ। ਕੋਲਿੰਗ ਫੰਕਸ਼ਨ ਵੀ ਕਮਿਊਨੀਕੇਟ ਕਰਦਾ ਹੈ ਅਤੇ ਕੋਲਡ ਫੰਕਸ਼ਨ ਵੀ ਕਮਿਊਨੀਕੇਟ ਕਰਦਾ ਹੈ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਸਮਝਦੇ ਚੰਗੀ ਤਰ੍ਹਾਂ ਕਿ ਪਹਿਲੀ ਤੁਹਾਨੂੰ ਫਿਗਰ ਦਿਖਾਈ ਹੈ ਡਾਊਨਵਰਡ ਕਮਿਊਨੀਕੇਸ਼ਨ ਇਨ ਸੀ, ਕਿ ਡਾਊਨਵਰਡ ਕਮਿਊਨੀਕੇਸ਼ਨ ਕਿਵੇਂ ਹੁੰਦੇ ਆ। ਇਸ ਦੇ ਵਿੱਚ ਕੀ ਆਪਾਂ ਇੱਕ ਮੇਨ ਫੰਕਸ਼ਨ ਲਿਖਿਆ ਹੋਇਆ ਹੈ ਅਤੇ ਇੱਕ ਡਾਊਨ ਫੰਕਸ਼ਨ ਲਿਖਿਆ ਹੋਇਆ ਹੈ। ਹੁਣ ਮੇਨ ਫੰਕਸ਼ਨ ਤੋਂ ਆਪਾਂ ਕੋਲ ਕਰਾਂਗੇ ਡਾਊਨ ਫੰਕਸ਼ਨ ਨੂੰ। ਮੇਨ ਫੰਕਸ਼ਨ ਨੇ ਕੋਲ ਕੀਤਾ ਇੰਟ ਏ ਅਤੇ 2 ਪੈਰਾਮੀਟਰਸ ਪਾਸ ਕਰਤੇ ਜਿਹੜੇ ਐਕਚੁਅਲ ਪੈਰਾਮੀਟਰਸ ਨੇ। ਇਹ ਅਤੇ 15 ਪਾਸ ਕੀਤੇ। ਇਹ ਜਦੋਂ ਪਾਸ ਕੀਤੇ ਡਾਊਨ ਫੰਕਸ਼ਨ ਦੇ ਵਿੱਚ ਆ ਗਏ, ਜਿਸ 'ਚ ਇੰਟ ਐਕਸ ਅਤੇ ਇੰਟ ਵਾਈ ਦੇ ਵਿੱਚ ਇਹਨਾਂ ਨੇ ਰਿਸੀਵ ਕਰ ਲਿਆ। ਜੋ ਏ ਦੀ ਵੈਲਿਊ ਸੀ ਐਕਸ ਨੇ ਰਿਸੀਵ ਕਰ ਲਈ, ਜੋ 15 ਵੈਲਿਊ ਸੀ ਉਹ ਵਾਈ ਨੇ ਰਿਸੀਵ ਕਰ ਲਈ। ਇਹ ਵੀ ਔਡਰ 'ਚ ਹੀ ਰਿਸੀਵ ਕਰਨਗੇ ਜਿਸ ਔਡਰ 'ਚ ਆਪਾਂ ਉੱਥੇ ਡੇਟਾ ਸੈਂਡ ਕਰ ਰਹੇ ਹਾਂ, ਪੈਰਾਮੀਟਰ ਸੈਂਡ ਕਰ ਰਹੇ ਹਾਂ, ਉਸੀ ਔਡਰ 'ਚ ਜਿਹੜੇ ਫਾਰਮਲ ਪੈਰਾਮੀਟਰਸ ਦੇ ਉਹ ਡੇਟਾ ਨੂੰ ਰਿਸੀਵ ਕਰਨਗੇ। ਉਸ ਤੋਂ ਬਾਅਦ ਕੋਈ ਵੀ ਪ੍ਰੋਸੈਸਿੰਗ ਹੋਊਗੀ, ਫਿਰ ਰਿਟਰਨ ਹੋਊਗਾ ਡੇਟਾ ਕੁਛ ਵੀ, ਤਾਂ ਉਹ ਦੁਬਾਰੇ ਆਪਣੇ ਕੋਲ ਕੰਟਰੋਲ ਮੇਨ ਫੰਕਸ਼ਨ ਦੇ ਵਿੱਚ ਆ ਜਾਊਗਾ ਇਸ ਫੰਕਸ਼ਨ ਨੂੰ ਐਗਜ਼ੀਕਿਊਟ ਕਰਨ ਤੋਂ ਬਾਅਦ। ਇਹ ਕੀ ਹੋਏਗੀ, ਇੱਕ ਤਰ੍ਹਾਂ ਦੀ ਡਾਊਨਵਰਡ ਕਮਿਊਨੀਕੇਸ਼ਨ। ਇਸ 'ਚ ਕੀ ਹੋ ਰਿਹਾ ਕਿ ਸਿਰਫ ਆਪਾਂ ਮੇਨ ਫੰਕਸ਼ਨ ਦੇ ਵਿੱਚ ਕੋਈ ਡੇਟਾ ਸੈਂਡ ਕਰ ਰਹੇ ਹਾਂ ਅਤੇ ਇਹ ਡੇਟਾ ਅੱਗੇ ਡਾਊਨ ਫੰਕਸ਼ਨ ਨੂੰ ਮਿਲ ਰਿਹਾ ਕਿ ਇਹਨਾਂ ਨੇ ਡਾਊਨਵਰਡ ਕਮਿਊਨੀਕੇਟ ਕੀਤੀ ਹੈ। ਉਸ ਤੋਂ ਬਾਅਦ ਜੋ ਵੀ ਉਹਨਾਂ ਨੇ ਕੀਤਾ ਕਿ ਆਪਦਾ ਰਿਟਰਨ ਕਰਤਾ, ਕੁਛ ਵੀ ਰਿਟਰਨ ਨਹੀਂ ਕਰਾਇਆ ਉਸ ਫੰਕਸ਼ਨ ਨੇ। ਇਸ ਦਾ ਮਤਲਬ ਸਿਰਫ ਕੰਟਰੋਲ ਵਾਪਸ ਆਇਆ, ਡੇਟਾ ਕੋਈ ਵੀ ਰਿਟਰਨ ਹੋ ਕੇ ਆਇਆ ਨਹੀਂ। ਜੇ ਕੁਛ ਰਿਟਰਨ ਹੋ ਕੇ ਆਉਂਦਾ ਤਾਂ ਆਪਾਂ ਮੇਨ ਫੰਕਸ਼ਨ 'ਚ ਉਸ ਡੇਟਾ ਨੂੰ ਰਿਸੀਵ ਵੀ ਕਰਦੇ। ਇਸ 'ਚ ਆਪਾਂ ਕੋਈ ਰਿਸੀਵਿੰਗ ਨਹੀਂ ਕਰ ਰਹੇ ਹੈਗੇ, ਸਿਰਫ ਕੋਲ ਕੀਤਾ ਅਤੇ ਉਸਨੇ ਉਸ ਫੰਕਸ਼ਨ ਨੇ ਆਪਦਾ ਕੰਮ ਕਰਕੇ ਆਪਾਂ ਨੂੰ ਕੰਟਰੋਲ ਮੇਨ ਫੰਕਸ਼ਨ 'ਚ ਰਿਟਰਨ ਕਰਤਾ। ਇਹ ਹੋ ਗਈ ਡਾਊਨਵਰਡ ਕਮਿਊਨੀਕੇਸ਼ਨ। ਇਸ ਦੀ ਆਪਾਂ ਇੱਕ ਐਗਜ਼ਾਮਪਲ ਦੇਖਦੇ ਡਾਊਨਵਰਡ ਕਮਿਊਨੀਕੇਸ਼ਨ ਦੇ ਵੀ। ਇਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਆਪਾਂ ਡਾਊਨ ਫੰਕਸ਼ਨ ਲਿਖਿਆ ਅਤੇ ਜੇ ਆਪਾਂ ਮੇਨ ਤੋਂ ਨੀਚੇ ਕੋਈ ਫੰਕਸ਼ਨ ਲਿਖਦੇ ਹਾਂ ਤਾਂ ਉਹਦੀ ਆਪਾਂ ਨੂੰ ਇੱਕ ਡਿਕਲੇਰੇਸ਼ਨ ਉੱਪਰ ਮੇਨ ਤੋਂ ਪਹਿਲਾਂ ਕਰਨੀ ਪੈਂਦੀ ਹੈ, ਜਾਂ ਤਾਂ ਜੋ ਕੰਪਾਈਲਰ ਨੂੰ ਪਤਾ ਲੱਗ ਜਾਏ ਇਹ ਜਿਹਾ ਕੋਈ ਫੰਕਸ਼ਨ ਹੈਗਾ। ਆਪਾਂ ਨੇ ਡਿਕਲੇਰੇਸ਼ਨ ਦੇ ਵਿੱਚ ਕੀ ਲਿਖਿਆ ਕਿ ਰਿਟਰਨ ਟਾਈਪ ਕੋਈ ਨਹੀਂ ਹੈਗੀ, ਇਹਦੀ ਕੁਛ ਵੀ ਰਿਟਰਨ ਨਹੀਂ ਕਰਾ ਰਿਹਾ। ਵਾਈਡ ਲਿਖਤਾ, ਇਸ ਦਾ ਮਤਲਬ ਵਾਈਡ ਜਿਵੇਂ ਆਪਾਂ ਕਹਿੰਦੇ ਨਲ, ਉਹਦਾ ਮਤਲਬ ਹੁੰਦਾ
कि ਆਪਾਂ ਨੇ ਕੁਛ ਵੀ ਰਿਟਰਨ ਨਹੀਂ ਕਰਾਇਆ, ਡਾਊਨ ਫੰਕਸ਼ਨ ਦਾ ਨਾਮ ਲਿਖਿਆ ਤੇ 2 ਪੈਰਾਮੀਟਰ ਦੀ ਲਿਸਟ ਇਹਦੇ ਵਿੱਚ ਦੱਸਤੀ ਕਿ 2 ਪੈਰਾਮੀਟਰ ਹੋਣਗੇ ਜਿਹੜਾ ਇਹ ਰਿਸੀਵ ਕਰੂਗਾ। ਉਸ ਤੋਂ ਬਾਅਦ ਜਦੋਂ ਆਪਣਾ ਮੇਨ ਫੰਕਸ਼ਨ ਚੱਲਿਆ, ਮੇਨ ਫੰਕਸ਼ਨ ਨੇ ਕੀ ਕੀਤਾ, ਇਸ ਡਾਊਨ ਫੰਕਸ਼ਨ ਨੂੰ ਕੋਲ ਕੀਤਾ। ए ਦੀ ਵੈਲਿਊ 5 ਹੈ, ए ਇੱਕ ਵੈਲਿਊ ਪਾਸ ਕੀਤੀ, ਦੂਸਰੀ ਵੈਲਿਊ ਕਿੰਨੀ 15 ਪਾਸ ਕੀਤੀ। ਹੁਣ ਜੇ ਤੁਸੀਂ ਇਸ ਫੰਕਸ਼ਨ ਤੋਂ ਸਿੱਧਾ ਕੰਟਰੋਲ ਲੈ ਕੇ ਜਾਓਗੇ ਡਾਊਨ ਫੰਕਸ਼ਨ ਦੇ ਨੀਚੇ ਤਾਂ ਇੰਟ x ਦੇ ਵਿੱਚ a ਦੀ ਵੈਲਿਊ ਮਤਲਬ 5 ਸਟੋਰ ਹੋ ਜੂਗੀ ਤੇ ਇੰਟ y ਦੇ ਵਿੱਚ y ਦੀ ਵੈਲਿਊ 15 ਸਟੋਰ ਹੋ ਜੂਗੀ। ਹੁਣ ਉਸ ਤੋਂ ਬਾਅਦ ਡਾਊਨ ਫੰਕਸ਼ਨ ਨੇ ਆਪਣਾ ਕੰਮ ਕੀਤਾ, ਕੀ ਕੰਮ ਕੀਤਾ, ਦੋਨਾਂ ਫੰਕਸ਼ਨ ਨੂੰ ਐਡ ਕਰਤਾ, ਵੇਰੀਏਬਲਸ ਨੂੰ ਐਡ ਕਰਤਾ। ਮਤਲਬ 5 + 15 20 ਐਡ ਕਰ 20 ਆ ਗਿਆ ਰਿਜ਼ਲਟ, x 20 ਹੋ ਗਈ x ਦੀ ਵੈਲਿਊ। ਉਸ ਤੋਂ ਬਾਅਦ ਇਹ ਵੈਲਿਊ ਨੇ ਰਿਟਰਨ ਨਹੀਂ ਕੀਤੀ। ਜੇ ਰਿਟਰਨ ਕੋਲ ਦਾ ਬੈਕਵਰਡ ਕਮਿਊਨੀਕੇਸ਼ਨ ਹੋ ਜਾਂਦੀ ਤੇ ਹੁਣ ਇਹਨੇ ਕੁਛ ਰਿਟਰਨ ਨਹੀਂ ਕੀਤਾ, ਨੇ ਖਾਲੀ ਰਿਟਰਨ ਸਟੇਟਮੈਂਟ ਲਿਖਤੀ ਕਿ ਬਸ ਕੰਟਰੋਲ ਰਿਟਰਨ ਹੋ ਜੇ, ਵੈਲਿਊ ਕੋਈ ਵੀ ਰਿਟਰਨ ਨਹੀਂ ਕੀਤੀ। ਕਿਉਂ ਕਰਕੇ ਆਪਣੀ ਡੇਟਾ ਟਾਈਪ ਵੀ ਵਾਈਡ ਸੀ ਕਿ ਕੁਛ ਰਿਟਰਨ ਨਹੀਂ ਕਰਾਉਣਾ ਸੀ, ਇਸੇ ਕਰਕੇ ਆਪਣੇ ਵਾਈਡ ਲਿਖਿਆ ਹੋਇਆ ਹੈ। ਵੈਲਿਊ ਮਤਲਬ ਕੰਟਰੋਲ ਰਿਟਰਨ ਹੋਇਆ, ਫਿਰ ਪ੍ਰਿੰਟ ਐਫ ਉਹਨੇ ਕੀਤੀ ਵੈਲਿਊ ए ਦੀ ਵੈਲਿਊ ਪ੍ਰਿੰਟ ਕੀਤੀ। ਜੇ ਤੁਸੀਂ ਇੱਧਰ ਦੇਖੋਗੇ ਤਾਂ ए ਦੀ ਵੈਲਿਊ ਕੀ ਹੋ ਗਈ, 5 ਸੀ 15 ਸੀ, 1 ਵੇ ਕਮਿਊਨੀਕੇਸ਼ਨ ਹੋ ਗਈ। x ਦੀ ਵੈਲਿਊ ਕੀ ਹੋ ਗਈ 20 ਹੋ ਗਈ, y ਦੀ ਵੈਲਿਊ 15। ਠੀਕ ਹੈ, ਇੱਕੋ ਹੀ ਕਾਪੀ ਹੈ, ਇਹ ਫੰਕਸ਼ਨ ਦੇ ਵਿੱਚ ਹੋਈ ਹੈ ਅਤੇ ਬੈਕਵਰਡ ਕੁਛ ਨਹੀਂ ਹੋਇਆ। ਅਤੇ ਜਦੋਂ ਆਪਾਂ ਨੇ ਦੁਬਾਰਾ a ਦੀ ਵੈਲਿਊ ਪ੍ਰਿੰਟ ਕਰਾਈ ਤਾਂ ਉਹ ਕੀ ਆਊਗੀ, ਤਾਂ 5 ਹੀ ਪ੍ਰਿੰਟ ਹੋਊਗੀ, ਕੋਈ ਵੀ ਕੁਛ ਇਹਦੇ ਵਿੱਚ ਚੇਂਜਿਸ ਨਹੀਂ ਹੋਈਆਂ। ਇਹਦਾ ਮਤਲਬ ਸਿਰਫ ਆਪਣੇ ਡਾਊਨਵਰਡ ਜਾ ਕੇ ਕੁਛ ਕੰਮ ਕਰਾਉਣਾ ਸੀ, ਉਹ ਕਰਾ ਲਿਆ। ਇਹ ਆਪਾਂ ਬੋਲਦੇ ਹਾਂ ਡਾਊਨਵਰਡ ਕਮਿਊਨੀਕੇਸ਼ਨ। ਇਹ ਕਮਿਊਨੀਕੇਸ਼ਨ ਇੱਕ ਕਾਲ ਬਾਏ ਵੈਲਿਊ ਹੋ ਗਈ, ਮਤਲਬ ਆਪਾਂ ਵੈਲਿਊਜ਼ ਪਾਸ ਕਰ ਰਹੇ ਹਾਂ, ਕੁਛ ਵੀ ਉਸ ਤੋਂ ਉਸ ਵੈਲਿਊ ਦੇ ਨਾਲ ਕੁਛ ਨਹੀਂ ਹੁੰਦਾ ਕਿ ਜੋ ਪਾਸ ਕੀਤੇ ਨੇ ਉਹ ਵੈਲਿਊ ਦੂਜੇ ਵੇਰੀਏਬਲ ਦੇ ਵਿੱਚ ਸਟੋਰ ਹੋ ਜਾਣਗੀਆਂ। ਅਤੇ ਜਦੋਂ ਅਗਲੀ ਆਪਾਂ ਐਗਜ਼ਾਮਪਲਸ ਕਰਾਂਗੇ ਉਹ ਕੋਲ ਬਾਏ ਰੈਫਰੈਂਸਿਸ ਹੋਣਗੀਆਂ, ਉਸ ਨੂੰ ਸਮਝਾਉਣਾ ਕੋਲ ਬਾਏ ਰੈਫਰੈਂਸਿਸ ਦੇ ਵਿੱਚ ਐਕਚੁਅਲ 'ਚ ਹੁੰਦਾ ਕੀ ਹੈ। ਉਹ ਥੋੜ੍ਹਾ ਜਿਹਾ ਕੰਪਲੀਕੇਟਡ ਹੈ, ਪਰ ਇੱਕ ਵਾਰ ਸਮਝ ਆ ਗਿਆ ਤੁਹਾਨੂੰ ਚੰਗੀ ਤਰ੍ਹਾਂ ਫਿਰ ਕਦੇ ਭੁੱਲੋਗੇ ਨਹੀਂ ਉਸ ਨੂੰ। ਹੁਣ ਦੂਸਰੀ ਆਪਣੀ ਕਮਿਊਨੀਕੇਸ਼ਨ ਹੈ ਅਪਵਰਡ ਕਮਿਊਨੀਕੇਸ਼ਨ। ਹੁਣ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਆਪਾਂ ਮੇਨ ਫੰਕਸ਼ਨ ਦੇ ਵਿੱਚ ਇੱਕ ਅਪ ਫੰਕਸ਼ਨ ਨੂੰ ਕੋਲ ਕੀਤਾ ਅਤੇ ਇੱਧਰ ਇੱਕ ਅਪ ਫੰਕਸ਼ਨ ਬਣਾਇਆ। ਅਪ ਫੰਕਸ਼ਨ ਦੇ ਵਿੱਚ ਇੱਥੇ ਕੀ ਚੇਂਜਿਸ ਨੇ ਹੁਣ ਆਪਾਂ ਨੇ ਕੀਤੀਆਂ ਹੋਈਆਂ ਨੇ, ਪੈਰਾਮੀਟਰ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਵੇਰੀਏਬਲ ਦੇ ਨਾਲ ਉਦੋਂ ਪਹਿਲਾਂ ਡੇਟਾ ਟਾਈਪਸ ਦੇ ਅੱਗੇ ਸਟਾਰ ਪਾਇਆ ਹੈ। ਦੋਨਾਂ ਵਿੱਚ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਸਟਾਰ ਪਾਇਆ। ਇਹਦਾ ਕੀ ਮਤਲਬ ਹੁੰਦਾ, ਜਦੋਂ ਆਪਾਂ ਕੋਲ ਕਰ ਰਹੇ ਹਾਂ ਉਦੋਂ a ਅਤੇ b ਦੀ ਵੈਲਿਊ ਸਿੰਪਲ a ਅਤੇ b ਨਹੀਂ ਪਾਸ ਕੀਤੀ, ਜੇ ਇਕੱਲੀ a ਅਤੇ b ਪਾਸ ਕੀਤੀ ਕੀ ਹੁੰਦਾ, ਕਾਲ ਬਾਏ ਵੈਲਿਊ ਬਣ ਜਾਂਦਾ। ਹੁਣ ਇਹਨੇ ਕੀ ਕੀਤਾ, ਐਂਪਰਸੈਂਡ ਅੱਗੇ ਲਾਤਾ, ਇੱਕ ਐਂਪਰਸੈਂਡ ਵੇਰੀਏਬਲ ਅੱਗੇ ਲਾਤਾ। ਇਹਦਾ ਮਤਲਬ ਕੀ ਹੈ, ਉਹਦਾ ਐਡਰੈਸ ਪਾਸ ਕੀਤਾ ਹੈ। ਇਸ ਨੇ ਉਸ ਫੰਕਸ਼ਨ ਨੂੰ ਦੱਸਿਆ ਕਿ ਇਸ ਵੇਰੀਏਬਲ ਦਾ ਐਡਰੈਸ ਕੀ ਹੈ, ਇੱਕ ਨਵੀਂ ਵੈਲਿਊ ਕਾਪੀ ਕਰਕੇ ਉੱਥੇ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਬਸ ਸਿਰਫ ਉਹਦਾ ਐਡਰੈਸ ਦੱਸਿਆ। ਜਦੋਂ ਆਪਾਂ ਇੱਥੇ ਫੰਕਸ਼ਨ ਦੇ ਵਿੱਚ ਲਿਖਦੇ ਹਾਂ ਪੈਰਾਮੀਟਰ ਦੀ ਲਿਸਟ, ਫੋਰਮਲ ਪੈਰਾਮੀਟਰ ਦੀ ਲਿਸਟ, ਉਹਦੇ ਉੱਤੇ ਆਪਾਂ ਉਹਨੂੰ ਰਿਸੀਵ ਕਰਦੇ ਹਾਂ ਐਜ਼ ਅ ਵੈਲਿਊ। ਸਟਾਰ ਦਾ ਮਤਲਬ ਕੀ ਹੈ, ਉਸ ਐਡਰੈਸ 'ਤੇ ਵੈਲਿਊ ਕੀ ਹੈ ਉਹ ਪਤਾ ਲੱਗ ਜਾਂਦੀ ਹੈ ਆਪਾਂ ਨੂੰ। ਠੀਕ ਹੈ, ਜਿਵੇਂ ਤੁਸੀਂ ਇਹਦੇ ਵਿੱਚ ਕੀ ਹੈ, ਤੁਹਾਨੂੰ ਆਪਾਂ ਨੇ 2 ਐਡਰੈਸ ਸੈਂਡ ਕਰਤੇ ਇਸ ਐਗਜ਼ਾਮਪਲ ਦੇ ਵਿੱਚ, a ਅਤੇ b ਦਾ ਐਡਰੈਸ ਸੈਂਡ ਕਰਤਾ ਆਪਾਂ ਨੇ ਅਪ ਫੰਕਸ਼ਨ ਨੂੰ। ਇਹਦੇ ਨਵੇਂ ਵੇਰੀਏਬਲ ਲਿਖਤੇ ਚਾਹੇ ਆਪਾਂ ਨੇ ax ਅਤੇ ay। ਇਹਨੇ ਕੀ ਕੀਤਾ, ਇਹ ax ਅਤੇ ay ਇਸ ਐਡਰੈਸ ਨੂੰ ਪੁਆਇੰਟ ਕਰਨ ਲੱਗ ਗਏ। ਮਤਲਬ ਕੋਈ ਨਵੀਂ ਮੈਮਰੀ ਲੋਕੇਸ਼ਨ ਨਹੀਂ ਬਣਾਈ, ਨਵੀਂ ਥਾਂ 'ਤੇ ਸਟੋਰ ਨਹੀਂ ਕੀਤੇ, ਉਹੀ ਜਿਹੜੀ ਆਲਰੇਡੀ ਜਿਹੜੀ ਮੈਮਰੀ ਲੋਕੇਸ਼ਨ ਮਿਲੀ ਹੋਈ ਸੀ ਇਸ ਵੇਰੀਏਬਲ ਨੂੰ ਮੈਮਰੀ ਦੇ ਵਿੱਚ, ਉਹਨੂੰ ਪੁਆਇੰਟ ਕਰਨ ਲੱਗ ਗਏ ax ਅਤੇ ay ਵੇਰੀਏਬਲ। ਹੁਣ ਜਦੋਂ ax ਵੇਰੀਏਬਲ ਦੇ ਵਿੱਚ ਉਹਨੇ 23 ਪਾਤਾ ਅਤੇ ay ਵੇਰੀਏਬਲ ਦੇ ਵਿੱਚ 8 ਪਾਤਾ ਅਤੇ ਸਟੇਟਮੈਂਟ ਕੀ ਹੈ, ਰਿਟਰਨ ਕਰਤਾ। ਰਿਟਰਨ ਕੁਛ ਵੀ ਨਹੀਂ ਕੀਤਾ, ਵਾਈਡ ਹੈ ਕਿ ਸਿਰਫ ਰਿਟਰਨ ਲਿਖਿਆ, ਕੋਈ ਵੈਲਿਊ ਨਹੀਂ ਰਿਟਰਨ ਕੀਤੀ। ਇਹਦਾ ਮਤਲਬ ਕੀ ਕੀਤਾ ਇਹਨਾਂ ਨੇ, ਇਹਨਾਂ ਐਡਰੈਸਿਸ ਦੇ ਉੱਤੇ 23 ਅਤੇ 8 ਪਾਤਾ। ax ਅਤੇ ay ਜਿਹੜਾ ਐਡਰੈਸ ਲੋਕੇਸ਼ਨ ਸੀ, ਜਿਵੇਂ ਜਿੱਥੇ ਜਿਹੜੇ ਇਹਨਾਂ ਨੂੰ ਰਿਸੀਵ ਹੋਈਆਂ ਸੀ ਉਹਦੇ ਵਿੱਚ ਆਪਾਂ ਨੇ ਵੈਲਿਊ ਪਾਤੀ ਇੱਕ। ਹੁਣ ਇਹਦਾ ਮਤਲਬ a ਅਤੇ b ਦੇ ਵਿੱਚ ਵੀ ਸੇਮ ਵੈਲਿਊ ਹੋਊਗੀ, ਜਿਵੇਂ ਕਿ ਆਪਾਂ ਲਾਸਟ ਐਗਜ਼ਾਮਪਲ ਦੇ ਵਿੱਚ a ਦੀ ਵੈਲਿਊ ਜਿਵੇਂ ਚੇਂਜ ਨਹੀਂ ਹੁੰਦੀ, ਇਸ 'ਚ a ਦੀ ਵੈਲਿਊ ਚੇਂਜ ਹੋ ਜਾਊਗੀ ਕਿ ਐਡਰੈਸ ਸੇਮ ਰਹੂਗਾ, ਉਸ ਐਡਰੈਸ 'ਤੇ ਜਿਹੜੀ ਵੈਲਿਊ ਪਾਤੀ ਉਹ ਵੈਲਿਊ ਉਹਦੇ ਵਿੱਚ ਆ ਜਾਊਗੀ ਅਤੇ ਆਪਾਂ ਨੂੰ ਦਿਖੂਗੀ। ਅੱਗੇ ਆਪਾਂ ਇਹਦੀ ਐਗਜ਼ਾਮਪਲ ਦੇਖਦੇ ਸਾਨੂੰ ਉਹ ਜ਼ਿਆਦਾ ਸਮਝ ਆ ਜਾਊਗਾ। ਹੁਣ ਦੇਖੋ ਇਹਦੀ ਸਿੰਪਲ ਐਗਜ਼ਾਮਪਲ ਹੈ, ਇੱਧਰ ਮੈਮਰੀ ਲੋਕੇਸ਼ਨਸ ਦਿਖਾਈਆਂ ਹੋਈਆਂ, ਰੈਫਰੈਂਸਿਸ ਦਿਖਾਈਆਂ ਹੋਈਆਂ ਨੇ ਰਾਈਟ ਹੈਂਡ ਸਾਈਡ 'ਤੇ। ਇਸ ਦੇ ਵਿੱਚ ਕੀ ਕੀਤਾ, ਸਭ ਤੋਂ ਪਹਿਲਾਂ ਉਹਨਾਂ ਨੇ ਉਹੀ ਫੰਕਸ਼ਨ ਡਿਕਲੇਅਰ ਕੀਤਾ ਕਿਸ ਤਰ੍ਹਾਂ ਦਾ ਫੰਕਸ਼ਨ ਹੋਊਗਾ। ਫਿਰ ਆਪਣਾ ਮੇਨ ਫੰਕਸ਼ਨ ਸ਼ੁਰੂ ਹੋ ਗਿਆ, ਜਿਹਦੇ ਵਿੱਚ 2 ਵੇਰੀਏਬਲ ਇੰਟ a ਅਤੇ b ਲੈਤੇ ਅਤੇ ਉਸ ਵੇਰੀਏਬਲ ਦਾ ਐਡਰੈਸ ਅਪ ਫੰਕਸ਼ਨ ਦੇ ਵਿੱਚ ਪਾਸ ਕਰਤਾ। ਜਿਹੜੇ ਐਡਰੈਸ ਓਪਰੇਟਰ ਤੁਸੀਂ ਇੱਥੇ ਲਿਖ ਸਕਦੇ ਹੋ, ਉਹਨੂੰ ਐਡਰੈਸ ਓਪਰੇਟਰ ਬੋਲਦੇ ਨੇ, ਐਂਪਰਸੈਂਡ ਹੈ। ਠੀਕ ਹੈ, ਇਹਦਾ ਮਤਲਬ ਕਿ ਇਹਦਾ ਐਡਰੈਸ ਸੈਂਡ ਕਰਤਾ ਇਸ ਵੇਰੀਏਬਲ ਦਾ, ਕਿ ਜਿਵੇਂ ਆਪਾਂ ਕਹਿੰਦੇ ਮੈਮਰੀ ਦੇ ਵਿੱਚ ਮੈਮਰੀ ਲੋਕੇਸ਼ਨ ਹੁੰਦੀ, ਉਹਦਾ ਹਰ ਇੱਕ ਮੈਮਰੀ ਲੋਕੇਸ਼ਨ ਦਾ ਇੱਕ ਐਡਰੈਸ ਹੁੰਦਾ, ਉਹ ਐਡਰੈਸ ਦੱਸਦਾ ਕਿ ਇਸ ਐਡਰੈਸ ਦੇ ਉੱਤੇ ਵੇਰੀਏਬਲ ਪਏ ਨੇ a ਅਤੇ b, ਮਤਲਬ ਇਹ ਲੋਕੇਸ਼ਨ ਹੈ ਉਹਨਾਂ ਦੀ। ਇਸ ਤੋਂ ਬਾਅਦ ਅਪ ਫੰਕਸ਼ਨ ਨੇ ਜਦੋਂ ਕਿ ਉਹ ਐਡਰੈਸ ਰਿਸੀਵ ਕੀਤੇ ਤਾਂ ਉਹਨਾਂ ਨੇ ਕੀ ਹੈ, ਉਸ ਦੀ ਵੈਲਿਊ 23 ਅਤੇ 8 ਪਾਤੀ ax 'ਤੇ
ਕੰਟਰੋਲ ਰਿਟਰਨ ਕਰਤਾ ਮੇਨ ਨੂੰ। ਹੁਣ ਤੁਸੀਂ ਦੇਖੋਗੇ ਇੱਥੇ ਫਿਰ ਉਹਨੇ ਪ੍ਰਿੰਟ ਜਦੋਂ ਕਰਾਇਆ ਏ ਅਤੇ ਬੀ ਦੀ ਵੈਲਿਊ ਪ੍ਰਿੰਟ ਕਰਾਈ ਤਾਂ ਉਹ 23 ਅਤੇ 8 ਪ੍ਰਿੰਟ ਹੋਈ। ਜੇ ਇਹੀ ਬੈਕਵਰਡ ਕਮਿਊਨੀਕੇਸ਼ਨ ਅਪਵਰਡ ਕਮਿਊਨੀਕੇਸ਼ਨ ਨਾ ਹੁੰਦੀ ਤਾਂ ਇਹ ਵੈਲਿਊਜ਼ ਇੱਥੇ ਰਿਸੀਵ ਨਹੀਂ ਹੋਣੀਆਂ ਸੀ। ਤਾਂ ਇਹਦਾ ਮਤਲਬ ਕੀ ਹੋਇਆ, ਇਹ ਅਪਵਰਡ ਹੈ ਕਿ ਅਪਵਰਡਲੀ ਉਹਨੇ ਇਹ ਵੈਲਿਊਜ਼ ਉੱਥੇ ਪਾ ਤੀਆਂ, ਜੋ ਕਿ ਏ ਅਤੇ ਬੀ ਪਹਿਲਾਂ ਖਾਲੀ ਲੋਕੇਸ਼ਨ ਸੀ। ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਆ ਰੈਫਰੈਂਸਿਸ ਏ ਅਤੇ ਬੀ ਦੋ ਵੇਰੀਏਬਲ ਨੇ, ਉੱਥੇ ਰੈਫਰੈਂਸਿਸ ਏ ਐਕਸ ਅਤੇ ਏ ਵਾਈ ਨਹੀਂ ਬੈਕਵਰਡ ਡਾਇਰੈਕਸ਼ਨ 'ਤੇ ਆਪਾਂ ਨੇ ਪੁਆਇੰਟ ਕੀਤਾ ਹੋਇਆ ਕਿ ਏ ਐਕਸ ਅਤੇ ਏ ਵਾਈ ਦੇ ਥਰੂ ਆਪਾਂ ਨੇ 23 ਅਤੇ 8 ਵੈਲਿਊ ਏ ਅਤੇ ਬੀ ਦੇ ਵਿੱਚੋਂ ਪਾਤੀ। ਇਹਨਾਂ ਨੂੰ ਆਪਾਂ ਐਡਰੈਸ ਪੁਆਇੰਟਰ ਵੀ ਬੋਲਦੇ ਆ, ਜਦੋਂ ਅੱਗੇ ਸਟਾਰ ਲੱਗਿਆ ਹੁੰਦਾ ਕਿ ਐਡਰੈਸ ਦੇ ਉੱਤੇ ਪੁਆਇੰਟ ਕਰਦਾ ਕਿ ਇਸ ਐਡਰੈਸ 'ਤੇ ਆਪਾਂ ਨੇ ਕੋਈ ਚੀਜ਼ ਪਾਣੀ ਜਾਂ ਕੱਢਣੀ ਹੈ ਤਾਂ ਆਪਾਂ ਪੁਆਇੰਟਰ ਲਾ ਦਾਂਗੇ ਉਹਦੇ ਅੱਗੇ ਐਡਰੈਸ ਦੇ ਅੱਗੇ। ਹੋਪ ਹੈ ਕਿ ਤੁਹਾਨੂੰ ਇਹ ਕਾਫੀ ਵਧੀਆ ਲੱਗਿਆ ਹੋਊਗਾ। ਹੁਣ ਤੁਹਾਨੂੰ ਮੈਂ ਅਗਲੀ ਕਮਿਊਨੀਕੇਸ਼ਨ ਆਪਾਂ ਦੇਖਦੇ ਹਾਂ ਕਿ ਬਾਇਓ ਡਾਇਰੈਕਸ਼ਨਲ ਕਮਿਊਨੀਕੇਸ਼ਨ ਕੀ ਹੁੰਦੀ ਹੈ। ਬਾਇਓ ਡਾਇਰੈਕਸ਼ਨਲ ਕਮਿਊਨੀਕੇਸ਼ਨ ਦੇ ਵਿੱਚ ਕੀ ਹੈ ਕਿ ਸੈਂਡ ਡਾਟਾ ਫਰੋਮ ਕੋਲਡ ਫੰਕਸ਼ਨ ਟੂ ਦਾ ਕੋਲਿੰਗ ਫੰਕਸ਼ਨ। ਨੋਰਮਲੀ ਆਪਾਂ ਕੀ ਡਾਟਾ ਸੈਂਡ ਕਰਦੇ ਹਾਂ ਕੋਲਡ ਫੰਕਸ਼ਨ ਤੋਂ ਕੋਲਿੰਗ ਫੰਕਸ਼ਨ ਨੂੰ, ਕਿ ਜਿਹੜੇ ਫੰਕਸ਼ਨ ਆਪਾਂ ਨੇ ਕੋਲ ਕਰਨਾ, ਠੀਕ ਹੈ। ਅਤੇ ਇਹਦੇ ਵਿੱਚ ਕੁਛ ਪੁਆਇੰਟਸ ਜਿਵੇਂ ਐਡਰੈਸ ਐਂਪਰਸੈਂਡ ਸਿੰਬਲ ਇਨ ਫਰੰਟ ਆਫ ਦਾ ਡੇਟਾ ਵੇਰੀਏਬਲ ਵੈਨ ਵੀ ਕੋਲ ਦਾ ਫੰਕਸ਼ਨ। ਜਦੋਂ ਆਪਾਂ ਫੰਕਸ਼ਨ ਕੋਲ ਕਰਦੇ ਆਪਾਂ ਐਂਪਰਸੈਂਡ ਸਾਈਨ ਪਾ ਦਿੰਦੇ ਹਾਂ, ਮਤਲਬ ਐਡਰੈਸ ਲੋਕੇਸ਼ਨ ਦੱਸ ਦਿੰਦੇ ਹਾਂ। ਜਦੋਂ ਆਪਾਂ ਨੇ ਇਹ ਡੇਟਾ ਟਾਈਪ ਸਟਾਰ ਸਿੰਬਲ ਯੂਜ਼ ਕਰਦੇ ਹਾਂ ਵੈਨ ਵੀ ਡਿਕਲੇਅਰ ਦਾ ਐਡਰੈਸ ਵੇਰੀਏਬਲ, ਜਦੋਂ ਆਪਾਂ ਨੇ ਐਡਰੈਸ ਵੇਰੀਏਬਲ ਡਿਕਲੇਅਰ ਕਰਨਾ ਕਿ ਐਡਰੈਸ ਇਹਦੇ ਵਿੱਚ ਸਟੋਰ ਹੋ ਪਤਾ ਲੱਗੂਗਾ ਤਾਂ ਉਹਦੇ ਅੱਗੇ ਆਪਾਂ ਸਟਾਰ ਪਾ ਦੇ, ਜਿਵੇਂ ਆਪਾਂ ਇੰਟ ਸਟਾਰ ਪਾਇਆ ਹੋਇਆ ਹੈ। ਅਤੇ ਇਸੇ ਤਰ੍ਹਾਂ ਡਾਟਾ ਸਟੋਰ ਕਰਨ ਦੇ ਵਿੱਚ ਉਹਦੇ 'ਚ ਵੀ ਆਪਾਂ ਨੂੰ ਸਟਾਰ ਪਾਉਣਾ ਪਊ ਵੇਰੀਏਬਲ ਦੇ ਅੱਗੇ, ਜਦੋਂ ਆਪਾਂ ਕੋਈ ਡਾਇਰੈਕਟਲੀ ਡਾਟਾ ਉਹਦੇ ਵਿੱਚ ਸਟੋਰ ਕਰਾਂਗੇ। ਜਿਵੇਂ ਏ ਐਕਸ ਅਤੇ ਏ ਵਾਈ ਦੇ ਵਿੱਚ ਜਦੋਂ ਆਪਾਂ ਡਾਟਾ ਸਟੋਰ ਕਰ ਰਹੇ ਸੀ ਤਾਂ ਉਹਦੇ ਅੱਗੇ ਸਟਾਰ ਪਿਆ ਹੋਇਆ ਸੀ, ਇਹਦਾ ਮਤਲਬ ਕਿ ਉਸ ਐਡਰੈਸ ਲੋਕੇਸ਼ਨ 'ਤੇ ਜਦੋਂ ਪੁਆਇੰਟ ਕਰ ਰਿਹਾ ਕਿ ਉਹਦੇ ਵਿੱਚ ਇਹ ਡੇਟਾ ਪੈ ਜੇ, ਅਤੇ ਇਸੇ ਕਰਕੇ ਆਪਾਂ ਨੂੰ ਏ ਅਤੇ ਬੀ ਦੇ ਵਿੱਚ ਰਿਸੀਵ ਹੋਇਆ ਸੀ। ਹੁਣ ਆਪਾਂ ਅੱਗੇ ਇਹਦੇ ਬਾਇਓ ਡਾਇਰੈਕਸ਼ਨਲ ਦੀ ਐਗਜ਼ਾਮਪਲ ਕਰਦੇ ਹਾਂ। ਇਹਦੇ ਵਿੱਚ ਵੀ ਜਿਵੇਂ ਪਹਿਲਾਂ ਆਪਾਂ ਨੇ ਕੀਤਾ ਸੀ ਸੇਮ ਤਰ੍ਹਾਂ ਨਾਲ ਹੀ ਆਪਾਂ ਪਾਸ ਕਰਾਂਗੇ ਅਤੇ ਰਿਸੀਵ ਕਰਾਂਗੇ, ਪਰ ਇਹਦੇ ਆਪਰੇਸ਼ਨ ਦੇ ਸਟੇਟਮੈਂਟ ਜਦੋਂ ਆਪਰੇਟ ਹੋਣਗੀਆਂ ਫੰਕਸ਼ਨ ਦੇ ਵਿੱਚ, ਉਦੋਂ ਆਪਾਂ ਉਸ ਨੂੰ ਬਾਇਓ ਡਾਇਰੈਕਸ਼ਨਲ ਦੇ ਵਿੱਚ ਕਹਾਂਗੇ ਕਿ ਅੱਗੇ ਵੀ ਡੇਟਾ ਸੈਂਡ ਹੋਇਆ ਕਿ ਪਿੱਛੇ ਵੀ ਡੇਟਾ ਜਾ ਰਿਹਾ, ਕਿ ਉੱਥੇ ਉਹਨਾਂ ਡੇਟਾ ਦੇ ਉੱਤੇ ਕੰਮ ਚੱਲ ਰਿਹਾ, ਤਾਂ ਬਾਇਓ ਡਾਇਰੈਕਸ਼ਨਲ ਹੋ ਜਾਂਦੀ ਹੈ। ਬਾਕੀ ਨੋਰਮਲੀ ਇਹ ਜਿਵੇਂ ਡਾਊਨਵਰਡ ਡਾਇਰੈਕਸ਼ਨ ਦੀ ਤਰ੍ਹਾਂ ਹੀ ਅਪਵਰਡ ਡਾਇਰੈਕਸ਼ਨ ਦੀ ਤਰ੍ਹਾਂ ਹੀ ਕੰਮ ਕਰਦੀਆਂ ਨੇ, ਕਿ ਆਪਾਂ ਇਹਨੂੰ ਐਡਰੈਸ ਬਾਏ ਰੈਫਰੈਂਸ ਬਾਏ ਕੋਲ ਬਾਏ ਰੈਫਰੈਂਸਿਸ ਬੋਲਦੇ ਹਾਂ, ਕਿ ਰੈਫਰੈਂਸਿਸ ਦੁਆਰਾ ਕੋਲ ਕੀਤਾ ਗਿਆ ਫੰਕਸ਼ਨ। ਐਡਰੈਸਿਸ ਅਤੇ ਰੈਫਰੈਂਸਿਸ ਇਸ ਤਰੀਕੇ ਨਾਲ ਕੰਮ ਕਰਦੀਆਂ ਨੇ ਕਿ ਰੈਫਰੈਂਸਿਸ ਦੁਆਰਾ ਇਹ ਫੰਕਸ਼ਨ ਕੋਲ ਕੀਤਾ ਗਿਆ। ਹੁਣ ਤੁਸੀਂ ਇਹਦੀ ਐਗਜ਼ਾਮਪਲ ਦੇਖੋ ਇੱਕ, ਇਸ ਐਗਜ਼ਾਮਪਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਆਪਾਂ ਨੇ ਕੀ ਹੈ ਫੰਕਸ਼ਨ ਡਿਕਲੇਰੇਸ਼ਨ ਦਿੱਤੀ ਹੈ ਵਾਇਡ ਬਾਏ ਫੰਕਸ਼ਨ, ਅਤੇ ਇੰਟ ਏ ਐਕਸ ਅਤੇ ਇੰਟ ਏ ਵਾਈ ਦੋ ਵੇਰੀਏਬਲ ਦਿੱਤੇ ਹੈ, ਜਿਹੜੇ ਆਪਾਂ ਕਹਿੰਦੇ ਪੁਆਇੰਟਰ ਵੇਰੀਏਬਲ ਬੋਲਦੇ ਇਹਨਾਂ ਨੂੰ, ਠੀਕ ਹੈ। ਸਟਾਰ ਲੱਗਿਆ ਹੋਇਆ ਕਿ ਇਹ ਐਡਰੈਸ ਵੇਰੀਏਬਲ ਨੇ ਇੱਕ ਤਰ੍ਹਾਂ ਦਾ, ਕਿ ਪੁਆਇੰਟਰ ਵੇਰੀਏਬਲ ਨੇ ਐਡਰੈਸ ਨੂੰ ਰੈਫਰ ਕਰਨਗੇ, ਆਪਾਂ ਨੇ ਪਹਿਲੇ ਡਿਕਲੇਅਰ ਕਰਤਾ। ਹੁਣ ਜਦੋਂ ਫੰਕਸ਼ਨ ਆਪਾਂ ਨੇ ਨੀਚੇ ਡਿਕਲੇਅਰ ਡੈਫਾਈਨ ਕੀਤਾ, ਉੱਪਰਲੀ ਨੂੰ ਆਪਾਂ ਡਿਕਲੇਰੇਸ਼ਨ ਬੋਲਦੇ ਨੇ, ਨੀਚੇ ਜਦੋਂ ਆਪਾਂ ਪੂਰਾ ਇੰਪਲੀਮੈਂਟੇਸ਼ਨ ਕਰ ਦਿੰਦੇ ਹਾਂ ਫੰਕਸ਼ਨ ਦੀ, ਉਹਨੂੰ ਆਪਾਂ ਕੀ ਬੋਲਦੇ ਹਾਂ ਕਿ ਡੈਫੀਨੇਸ਼ਨ, ਕੀ ਡੈਫੀਨੇਸ਼ਨ ਬਣ ਗਈ ਇਹਦੀ, ਠੀਕ ਹੈ। ਇਸ ਡੈਫੀਨੇਸ਼ਨ ਦੇ ਵਿੱਚ ਤੁਸੀਂ ਦੇਖੋਗੇ ਉਹੀ ਸਿੰਟੈਕਸ ਬਾਰੇ ਲਿਖਿਆ ਗਿਆ, ਬਸ ਉੱਥੇ ਸੈਮੀਕੋਲਨ ਲੱਗ ਜਾਂਦਾ ਕਿ ਸਿਰਫ ਡਿਕਲੇਰੇਸ਼ਨ ਦਾ ਸਟਰਕਚਰ ਖਤਮ ਹੋ ਗਈ। ਇੱਥੇ ਸੈਮੀਕੋਲਨ ਨਹੀਂ ਲੱਗਦਾ, ਇੱਥੇ ਇਹਦੀ ਬੋਡੀ ਆਪਾਂ ਨੂੰ ਲਿਖਣੀ ਪੈਂਦੀ ਹੈ, ਜਿਹਦੇ ਲਈ ਆਪਾਂ ਹਰ ਇੱਕ ਫੰਕਸ਼ਨ ਲਈ ਬਰੇਸਿਸ ਸ਼ੁਰੂ 'ਤੇ ਬੰਦ ਕਰਦੇ ਹਾਂ, ਉਹਦੇ ਵਿੱਚ ਜੋ ਵੀ ਕੁਛ ਲਿਖਿਆ ਹੁੰਦਾ ਉਹ ਫੰਕਸ਼ਨ ਦੀ ਬੋਡੀ ਬਣ ਜਾਂਦੀ ਹੈ। ਹੁਣ ਤੁਸੀਂ ਇਹ ਬੋਡੀ ਦੇ ਵਿੱਚ ਦੇਖੋ ਕਿ ਏ ਐਕਸ ਇਕੁਅਲਸ ਟੂ ਸਟਾਰ ਏ ਐਕਸ ਪਲੱਸ 2, ਇਹਦਾ ਕੀ ਮਤਲਬ ਹੈ ਕਿ ਜਿਹੜੇ ਐਡਰੈਸ 'ਤੇ ਪੁਆਇੰਟ ਕੀਤਾ ਗਿਆ ਸੀ ਵੇਰੀਏਬਲ, ਠੀਕ ਹੈ, ਉਸ ਦੇ ਵਿੱਚ ਦੋ ਪਹਿਲੂ ਐਡ ਹੋ ਜੇ। ਚਲੋ ਆਪਾਂ ਇਸ ਫੰਕਸ਼ਨ ਨੂੰ ਪਹਿਲਾਂ ਆਪਾਂ ਮੇਨ ਫੰਕਸ਼ਨ ਦੇ ਵਿੱਚ ਦੇਖਦੇ ਹਾਂ ਕਿ ਕਿੱਥੋਂ, ਜਿਵੇਂ ਆਪਾਂ ਕਹਿੰਦੇ ਸਟਾਰਟਿੰਗ ਤੋਂ ਸ਼ੁਰੂ ਕਰਦੇ ਹਾਂ ਕਿ ਮੇਨ ਤੋਂ ਆਪਣਾ ਕੰਟਰੋਲ ਸਟਾਰਟ ਹੁੰਦਾ ਹੈ। ਇਹਨੇ ਕੀ ਕੀਤਾ, ਸਭ ਤੋਂ ਪਹਿਲਾਂ ਦੋ ਵੇਰੀਏਬਲਸ ਡਿਕਲੇਅਰ ਕਰਤੇ, ਇੰਟ ਏ ਇਕੁਅਲਸ ਟੂ 2, ਫਿਰ ਇੰਟ ਬੀ ਇਕੁਅਲਸ ਟੂ 6, ਕਿ ਏ ਦੇ ਵਿੱਚ 2 ਦੀ ਵੈਲਿਊ, ਇਹਨੂੰ ਅਸਾਈਨਮੈਂਟ ਆਪਰੇਟਰ ਵੀ ਬੋਲਦੇ हैं, ठीक है। ਅਸਾਈਨ ਕਰਤਾ, ਦੋ ਵੈਲਿਊ ਇਨੀਸ਼ੀਅਲਾਈਜ਼ ਕਰਤੀ ਹੈ ਏ ਅਤੇ ਬੀ ਦੀ। ਉਸ ਤੋਂ ਬਾਅਦ ਕੀ ਹੈ, ਕੁਛ ਸਟੇਟਮੈਂਟਸ ਆਪਾਂ ਲਿਖ ਸਕਦੇ, ਇਹਨਾਂ ਨੇ ਕੁਛ ਜ਼ਿਆਦਾ ਆਪਾਂ ਨੂੰ ਸਮਝਾਉਣ ਵਾਸਤੇ ਸਿਰਫ ਇੱਕ ਬਾਏ ਫੰਕਸ਼ਨ ਨੂੰ ਕੋਲ ਕੀਤਾ, ਬਾਏ ਫੰਕਸ਼ਨ ਨੂੰ ਏ ਅਤੇ ਬੀ ਦੇ ਅੱਗੇ ਐਂਪਰਸੈਂਡ ਦਾ ਸਾਈਨ ਲਾਤਾ। ਇਹਦਾ ਮਤਲਬ ਕੀ ਹੈ, ਆਪਾਂ ਨੂੰ ਐਡਰੈਸ ਵੈਲਿਊਜ਼ ਦੱਸਤੀਆਂ ਕਿ ਇਹ ਐਡਰੈਸਿਸ ਅੱਗੇ ਫੰਕਸ਼ਨ ਦੇ ਵਿੱਚ ਰਿਸੀਵ ਹੋਣ ਪੁਆਇੰਟਰ ਵੇਰੀਏਬਲ ਨਾਲ। ਹੁਣ ਅੱਗੇ ਜਦੋਂ ਆਪਾਂ ਬਾਏ ਫੰਕਸ਼ਨ ਨੂੰ ਦੇਖਦੇ ਹਾਂ ਕਿ ਪੁਆਇੰਟਰ ਵੇਰੀਏਬਲ ਨਾਲ ਇਹ ਵੈਲਿਊਜ਼ ਇਹਨੇ ਰਿਸੀਵ ਕੀਤੀਆਂ ਐਡਰੈਸ ਵੈਲਿਊਜ਼, ਫਿਰ ਉਸ ਐਡਰੈਸ ਵੈਲਿਊ ਦੇ ਵਿੱਚ ਦੋ ਜਿਹੜੀ ਵੈਲਿਊ ਸੀ, ਠੀਕ ਹੈ, ਸਟਾਰ ਏ ਐਕਸ ਦੇ ਵਿੱਚ ਕਿੰਨੀ ਏ ਦੀ ਵੈਲਿਊ ਹੋਊਗੀ 2 + 2, ਸਟਾਰ ਏ ਐਕਸ ਦੇ ਵਿੱਚ 4 ਵੈਲਿਊ ਪੈਤੀ, ਕਿ ਇਹ ਵੈਸੇ ਤਾਂ ਲੋਕਲ ਵੇਰੀਏਬਲ ਹੈ ਫੰਕਸ਼ਨ ਦਾ, ਪਰ ਇਹ ਐਡਰੈਸ ਨੂੰ ਪੁਆਇੰਟ ਕਰ ਰਿਹਾ ਹੈ, ਤਾਂ ਇਹਦਾ ਮਤਲਬ ਕਿ ਏ ਦੇ ਵਿੱਚ ਵੀ ਵੈਲਿਊ 4 ਅਪਡੇਟ ਹੋ ਜੂਗੀ। ਫਿਰ ਦੂਸਰਾ ਆਪਾਂ ਨੇ ਕੀ ਕੀਤਾ, ਏ ਵਾਈ ਦੇ ਵੀ ਏ ਵਾਈ ਡਿਵਾਈਡ ਬਾਏ
ए एक्स ए वाई ਦੇ ਵਿੱਚ ਕਿੰਨੀ ਵੈਲਿਊ ਸੀ ਆਪਣੇ ਬੀ ਵੇਰੀਏਬਲ ਤੋਂ ਆਈ ਸੀ 6 ਵੈਲਿਊ, ਠੀਕ ਹੈ। ਤੇ ए एक्स ਦੇ ਵਿੱਚ ਕੀ ਵੈਲਿਊ ਹੋ ਗਈ ਹੁਣ, ए एक्स ਪਹਿਲਾਂ ਕਿੰਨੀ ਸੀ 2 + 2 4 ਵੈਲਿਊ, ठीक है। तो ए वाई ਨੂੰ ਜਦੋਂ ਡਿਵਾਈਡ ਕੀਤਾ ਤਾਂ ਇਹਦੀ ਵੈਲਿਊ ਆਪਣੇ ਕੋਲੇ ਆ ਗਈ 6/4, मतलब 1.5 ਵੈਲਿਊ ए ਦੀ ए वाई ਦੀ, ਤੇ ਇਹਦੇ बी ਵੇਰੀਏਬਲ ਦੇ ਵਿੱਚ ਵੈਲਿਊ ਹੋ ਜੂਗੀ 1.5। ਤੁਸੀਂ ਜਿਵੇਂ ਇੱਧਰ ਰਾਈਟ ਸਾਈਡ 'ਤੇ ਦੇਖ ਸਕਦੇ ਹੋ, ਜਿਵੇਂ ए ਦੀ ਵੈਲਿਊ ਕੀ ਸੀ ਪਹਿਲਾਂ 2 ਸੀ, ਉਹਨਾਂ ਨੇ ਕੱਟ ਕੇ ਕੀ ਕੀਤਾ 4 ਕਰਤੀ, ठीक है। 2 + 2 ਜਿਵੇਂ ए एक्स ਨਾਲ ਆਪਣਾ ਵਧਿਆ ਸੀ ਤਾਂ ਆਪਣੀ ਵੈਲਿਊ ਹੋ ਗਈ 4। ਉਸ ਤੋਂ ਬਾਅਦ ਕੀ ਹੈ, ਇਹਨਾਂ ਨੇ ਡਿਵਾਈਡ ਕੀਤਾ ਤਾਂ ਇੱਥੇ ਵੈਲਿਊ ਇਹਨਾਂ ਨੇ ਲਿਖਤੀ 2, ਪਰ ਇਹ ਸਟੇਟਮੈਂਟ ਦੇ ਵਿੱਚ 1.5 ਐਕਚੁਅਲ ਵੈਲਿਊ ਹੋਣੀ ਚਾਹੀਦੀ ਹੈ। ਪਰ ਤੁਸੀਂ ਜੇ ਧਿਆਨ ਰੱਖੋਗੇ ਕਿ ਡੇਟਾ ਟਾਈਪ ਇਹਨਾਂ ਦੀ ਇੰਟ ਹੈ ਸਾਰਿਆਂ ਦੀਆਂ, ਤਾਂ ਇਹ ਵੈਲਿਊ ਆਟੋਮੈਟਿਕਲੀ ਟਾਈਪ ਕਾਸਟ ਹੋ ਕੇ 1 ਰਹਿ ਜਾਂਦੀ ਹੈ, ਪੁਆਇੰਟ ਕੱਟ ਜਾਣਾ ਚਾਹੀਦਾ। ਐਕਚੁਅਲ ਦੇ ਵਿੱਚ ਜੇ ਸਟੇਟਮੈਂਟ ਨੂੰ ਦੇਖੀਏ ਤਾਂ ਆਪਾਂ ਚੰਗੀ ਤਰ੍ਹਾਂ ਰਿਟਰਨ ਸਟੇਟਮੈਂਟ ਆਪਣੀ ਕਿ ਉਹਦਾ ਐਡਰੈਸ ਦੇ ਵਿੱਚ ਜਿਹੜੀ ਵੈਲਿਊ ਜੇ ਫਲੋਟ ਹੁੰਦੀ ਤਾਂ 1 ਪੁਆਇੰਟ ਸ਼ੋਅ ਕਰਦਾ ਆਪਾਂ ਨੂੰ, ਠੀਕ ਹੈ। ਇਹ ਸਲਾਈਡ ਦੇ ਵਿੱਚ ਥੋੜ੍ਹੀ ਜਿਹੀ ਮੈਨੂੰ ਲੱਗਦਾ ਇਹਨਾਂ ਨੇ ਗਲਤ ਕੀਤਾ, ਪਰ ਜੇ ਤੁਸੀਂ ਆਪ ਐਗਜ਼ੀਕਿਊਟ ਕਰਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂਗੀ ਇੱਥੇ ਕੀ ਵੈਲਿਊ ਆਊਗਾ। ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੱਕ ਹੋਰ ਐਕਸਚੇਂਜ ਫੰਕਸ਼ਨ ਦੀ ਐਗਜ਼ਾਮਪਲ ਹੈ। ਇਸ ਦੇ ਵਿੱਚ ਕੀ ਐਕਸਚੇਂਜ num1 ਅਤੇ num2 ਇਸੀ ਤਰ੍ਹਾਂ ਲੈਤੇ ਹੋਏ ਨੇ ਐਡਰੈਸ 'ਤੇ ए ਅਤੇ B ਆਪਾਂ ਨੂੰ ਵੈਲਿਊ ਆਪਾਂ ਨੇ ਪਾਸ ਕਰਤੀ ਇਹਦੇ ਵਿੱਚ। ਅਤੇ ਇਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ, ਇੱਕ ਲੋਕਲ ਵੇਰੀਏਬਲ ਹੋਲਡ ਵੇਰੀਏਬਲ ਲੈਤਾ, ਹੋਲਡ ਦੇ ਵਿੱਚ ਜਿਹੜੀ ਵੈਲਿਊ ਸੀ ਸਟਾਰ ਨਮ ਦੀ ਉਹ ਆਪਾਂ ਨੇ ਪਾਤੀ, ਠੀਕ ਹੈ। ਫਿਰ ਸਟਾਰ ਨਮ ਦੇ ਵਿੱਚ ਸਟਾਰ num2 ਦੀ ਪਾਤੀ ਵੈਲਿਊ, ਅਤੇ ਫਿਰ num2 ਦੇ ਵਿੱਚ ਇਹਦੇ ਕੀ 2 ਆਪਾਂ ਨੇ ਅੱਖਰ ਸਵੈਪ ਕਰਤੇ, ਜੋ ਵੀ A ਅਤੇ B ਦੀ ਵੈਲਿਊ ਆਪਣੇ ਕੋਲ ਪਹਿਲਾਂ ਸੀ ਉਹ ਆਪਾਂ ਨੇ ਸਵੈਪ ਕਰਤੀ। ਹੁਣ ਜੇ ਤੁਸੀਂ ਇੱਧਰ ਦੇਖੋਗੇ ਰਾਈਟ ਸਾਈਡ 'ਤੇ ਕੀ ਐਗਜ਼ਾਮਪਲ ਦੇ ਵਿੱਚ ਕਿ 2 ਨੰਬਰ ਵੇਰੀਏਬਲ ਲੈਤੇ ਨੇ ਅਤੇ 2 A ਅਤੇ B ਵੇਰੀਏਬਲ ਲੈਤੇ ਨੇ, ਕਿ ਡੀ ਰੈਫਰੈਂਸਿਸ ਦਿੱਤੇ ਸੀ ਕਿ ਇਹ num1 ਅਤੇ num2 ਐਡਰੈਸਿਸ ਆ ਜਾਂਦੇ ਨੇ, ਠੀਕ ਹੈ। ਹੋਕ ਐਡਰੈਸਿਸ ਹੁੰਦੇ ਨੇ ਜਿਹਦੇ ਵਿੱਚ ਆਪਾਂ ਡੇਟਾ ਸਟੋਰ ਕਰਦੇ ਹਾਂ। ਹੁਣ ਜਦੋਂ ਵੀ ਕੋਈ ਨੰਬਰ ਇਹਦੇ ਵਿੱਚ ਉੱਪਰ ਸਟੇਟਮੈਂਟ ਦੇ ਵਿੱਚ ਐਂਟਰ ਨਹੀਂ ਕਰਾਇਆ ਹੋਇਆ, ਜਾਂ ਤਾਂ ਤੁਸੀਂ ਇਨੀਸ਼ਲਾਈਜ਼ ਕਰੋਗੇ ਨੰਬਰ ਨੂੰ ਜਾਂ ਕੀਬੋਰਡ ਤੋਂ ਐਂਟਰ ਕਰਾ ਸਕਦੇ ਹੋ। ਜਦੋਂ ਐਂਟਰ ਕਰਾਓਗੇ ਨੰਬਰ ਡਾਟਾ ਤਾਂ ਉਹ ਆਪਣੀ ਵੈਲਿਊ ਹੋਣਗੀਆਂ, ਉਹ ਆਪਸ 'ਚ ਐਕਸਚੇਂਜ ਹੋ ਜਾਣਗੇ। ਤੁਸੀਂ ਦੇਖੋਗੇ ਕਿ ਜਦੋਂ ਨੀਚੇ ਪ੍ਰਿੰਟ ਕਰਾਓਗੇ ਤਾਂ ਵੈਲਿਊਜ਼ ਉਲਟ ਹੋ ਜਾਣਗੀਆਂ ਉਹਨਾਂ ਦੀਆਂ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਇੰਟਰ ਫੰਕਸ਼ਨ ਕਮਿਊਨੀਕੇਸ਼ਨ। ਇੰਟਰ ਫੰਕਸ਼ਨ ਕਮਿਊਨੀਕੇਸ਼ਨ ਦੇ ਵਿੱਚ ਕੀ ਹੈ, ਹੁਣ ਤੱਕ ਜਦੋਂ ਆਪਾਂ ਕਿਸੇ ਇੱਕ ਵੈਲਿਊ 'ਤੇ ਐਡਰੈਸਿਸ ਪਾਸ ਕਰ ਰਹੇ ਸੀ, ਸਪੋਜ਼ ਆਪਣੇ ਕੋਲ ਜ਼ਿਆਦਾ ਵੱਡਾ ਡਾਟਾ ਹੈ, ਠੀਕ ਹੈ। ਆਪਾਂ ਵੇਰੀਏਬਲਸ ਪੈਰਾਮੀਟਰ ਦੇ ਇੰਨੇ ਲੈਣੇ ਪੈਣਗੇ, ਮਤਲਬ 6 ਪੈਰਾਮੀਟਰ ਪਾਸ ਕਰਨੇ ਨੇ, ਤਾਂ 6 ਅਲੱਗ-ਅਲੱਗ ਪੈਰਾਮੀਟਰ ਲੈਣੇ ਪੈਣਗੇ, ਤਾਂ ਉਹ ਪਾਸ ਕਰਾਂਗੇ। ਤਾਂ ਇਹਨਾਂ ਚੀਜ਼ਾਂ ਵਾਸਤੇ ਇੱਕ ਆਪਣੇ ਹੁੰਦਾ ਫੰਕਸ਼ਨ ਦੇ ਵਿੱਚ ਇੱਕ ਆਪਾਂ ਨੂੰ ਹੋਰ ਫੈਸਿਲਿਟੀ ਹੈ ਕਿ ਆਪਾਂ ਪੂਰੀ ਦੀ ਪੂਰੀ ਸਟਰਕਚਰ ਪਾਸ ਕਰ ਸਕਦੇ ਹਾਂ, ਠੀਕ ਹੈ। ਇੱਕ ਐਲੀਮੈਂਟ ਵੀ ਪਾਸ ਕਰ ਸਕਦਾ, ਜ਼ਿਆਦਾ ਐਲੀਮੈਂਟ ਵੀ, ਅਤੇ ਪੂਰੀ ਦੀ ਪੂਰੀ ਸਟਰਕਚਰ ਪਾਸ ਕਰ ਸਕਦੇ ਹਾਂ। ਹੋਲ ਐਰੇ ਪਾਸ ਕਰ ਸਕਦੇ ਹਾਂ, ਕਿ ਐਰੇ ਇੱਕ ਤਰ੍ਹਾਂ ਦਾ ਕਿ ਐਰੇ ਵੀ ਆਪਾਂ ਪਾਸ ਕਰ ਸਕਦੇ ਹਾਂ। ਉਹ ਦੇਖਦੇ ਕਿਵੇਂ ਆਪਾਂ ਕਰਦੇ ਹਾਂ। ਹੁਣ ਜਿਵੇਂ ਤੁਹਾਨੂੰ ਇਸ 'ਚ ਡਾਇਗਰਾਮ ਦੇ ਵਿੱਚ ਦਿਖਾਇਆ ਕਿ ਇੱਕ ਪਾਸੇ ਦਾ ਫੰਕਸ਼ਨ ਇਹ ਇੱਕ ਵੇਰੀਏਬਲ ਪਾਸ ਕੀਤਾ, ਦੂਸਰੇ ਬਾਰੇ ਐਰੇ ਦਾ ਇੱਕ ਐਲੀਮੈਂਟ, ਇਹ ਵੀ ਇੱਕ ਐਲੀਮੈਂਟ ਹੈ, ਜੇ ਪੂਰਾ ਐਰੇ ਨਹੀਂ ਪਾਸ ਕੀਤਾ ਗਿਆ। ਅਤੇ ਫੰਕਸ਼ਨ ਸੇਮ ਲਿਖ ਸਕਦੇ ਉਹਨਾਂ ਲਈ ਕਿ ਉਹਨੇ ਵੀ ਇੱਕ ਵੇਰੀਏਬਲ ਜੋ ਵੀ ਹੈ ਰਿਸੀਵ ਕੀਤਾ ਫੰਕਸ਼ਨ ਨੇ, ਫਨ ਫੰਕਸ਼ਨ ਨੇ, ਉਸੀ ਤਰ੍ਹਾਂ ਫਨ ਫੰਕਸ਼ਨ ਦੇ ਰਾਈਟ ਹੈਂਡ ਸਾਈਡ ਤੋਂ ਵੀ ਇੱਕ ਐਰੇ ਦਾ ਤੀਸਰਾ ਐਲੀਮੈਂਟ ਰਿਸੀਵ ਕੀਤਾ ਹੈ। ਇਸੇ ਤਰ੍ਹਾਂ ਨਾਲ ਆਪਾਂ ਪੂਰਾ ਐਰੇ ਵੀ ਪਾਸ ਕਰ ਸਕਦੇ ਹਾਂ। ਹੁਣ ਤੁਸੀਂ ਅਗਲੀ ਐਗਜ਼ਾਮਪਲ ਦੇਖੋ, ਇਹਦੇ ਵਿੱਚ ਕੀ ਕੀਤਾ, ਉਸੇ ਤਰ੍ਹਾਂ ਨਾਲ ਇੱਥੇ ਰੈਫਰੈਂਸਿਸ ਪਾਸ ਕੀਤੀਆਂ। ਆਪਾਂ ਜਿਵੇਂ ਵੇਰੀਏਬਲ ਦਾ ਐਡਰੈਸ ਪਾਸ ਕਰ ਸਕਦੇ ਸੀ, ਉਵੇਂ ਐਰੇ ਦੇ ਕਿਸੇ ਇੱਕ ਐਲੀਮੈਂਟ ਦਾ ਵੀ ਐਡਰੈਸ ਪਾਸ ਕਰ ਸਕਦੇ ਹਾਂ, ਪਰ ਇਹ ਐਡਰੈਸ ਕਿਹੜਾ ਪੁਆਇੰਟਰ ਵੇਰੀਏਬਲ ਸਟਾਰ ਨਾਲ ਰਿਸੀਵ ਹੋਊਗਾ। ਹੁਣ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਨੇ ਪੂਰਾ ਐਰੇ ਪਾਸ ਕੀਤਾ ਹੈ। ਐਰੇ ਪੂਰਾ ਦਾ ਪੂਰਾ ਕਿਵੇਂ ਪਾਸ ਕੀਤਾ ਜਾਊਗਾ, ਜਿਵੇਂ ਐਰੇ ਆਪਾਂ ਨੇ ਇੱਕ 10 ਐਲੀਮੈਂਟ ਦਾ ਇੱਕ ਐਰੇ ਲੈਤਾ, ਉਹਦਾ ਨਾਮ ਲਿਖਤਾ, ਮਤਲਬ ਇਹਦਾ ਐਰੇ ਸਿੱਧਾ ਲਿਖਦਾ, ਇਹਦਾ ਮਤਲਬ ਇੱਕ ਬੇਸ ਐਡਰੈਸ ਉਹਨੂੰ ਪਾਸ ਕਰ ਰਹੇ ਹੈ, ਠੀਕ ਹੈ। ਐਰੇ ਦਾ ਐਡਰੈਸ ਬੇਸ ਪੂਰਾ ਦਾ ਪੂਰਾ ਐਰੇ ਪਾਸ ਕਰਦੇ ਹਾਂ। ਉਹਨੂੰ ਕਿਵੇਂ ਆਪਾਂ ਰਿਸੀਵ ਕਰਾਂਗੇ, ਫਿਕਸ ਸਾਈਜ਼ ਐਰੇ ਨੂੰ, ਜਿਹੜਾ ਕਿ ਹੈ 2 ਤਰ੍ਹਾਂ ਨਾਲ, ਇੱਕ ਫਿਕਸ ਸਾਈਜ਼, ਇੱਕ ਵੇਰੀਏਬਲ ਟਾਈਪ। ਫਿਕਸ ਸਾਈਜ਼ ਐਰੇ ਨੂੰ ਕਿ ਆਪਾਂ ਨੇ ਕੀਤਾ ਇੰਟੀਜਰ ਐਰੇ ਲੈ ਕੇ ਪੂਰਾ ਐਰੇ ਰਿਸੀਵ ਕਰ ਲਿਆ, ਅਤੇ ਇਹਦੇ ਵਿੱਚ ਕੀ ਹੈ ਇੰਟੀਜਰ ਐਰੇ ਲੈ ਕੇ ਅਤੇ ਵਿੱਚ ਇੱਕ ਆਪਣੇ ਸਟਾਰ ਪਤਾ ਵੇਰੀਏਬਲ ਸਾਈਜ਼ ਦੇ ਵਿੱਚ ਕਿ ਕਿੰਨਾ ਵੀ ਵੱਡਾ ਛੋਟਾ ਹੋ ਸਕਦਾ।
ਹੁਣ ਆਪਾਂ ਪੂਰਾ ਦਾ ਪੂਰਾ ਇੱਕ ਐਗਜ਼ਾਮਪਲ ਕਰਦੇ ਹਾਂ ਕਿ ਸਟਰਕਚਰ ਕਿਵੇਂ ਪਾਸ ਕਰਦੇ ਹਾਂ। ਜਦੋਂ ਐਰੇ ਸਟਰਕਚਰ ਆਪਾਂ ਗੱਲ ਕਰ ਰਹੇ ਸੀ ਕਿ ਇਹ ਹੁਣ ਕਿਵੇਂ ਪਾਸ ਕਰਦੇ ਹਾਂ। ਜਿਵੇਂ ਕਿ ਸਟਰਕਚਰ ਕੈਨ ਵੀ ਪਾਸ ਟੂ ਐਨੀ ਫੰਕਸ਼ਨ ਫਰੋਮ ਮੇਨ ਫੰਕਸ਼ਨ ਔਰ ਫਰੋਮ ਸਬ ਫੰਕਸ਼ਨ, ਕਿਤੋਂ ਵੀ ਪਾਸ ਕੀਤੀ ਜਾਏ। ਸਟਰਕਚਰ ਡੈਫੀਨੇਸ਼ਨ ਵਿਲ ਵੀ ਅਵੇਲੇਬਲ ਵਿਦ ਇਨ ਦਾ ਫੰਕਸ਼ਨ ਓਨਲੀ, ਕਿ ਜਿਹੜੀ ਸਟਰਕਚਰ ਦੀ ਡੈਫੀਨੇਸ਼ਨ ਹੈ ਕਿ ਉਸ ਫੰਕਸ਼ਨ ਦੇ ਵਿੱਚ ਅਵੇਲੇਬਲ ਹੋਣੀ ਚਾਹੀਦੀ, ਉਹਨੂੰ ਪਤਾ ਹੋਣਾ ਚਾਹੀਦਾ ਕਿ ਕਿਹੋ ਜਿਹਾ ਫੰਕਸ਼ਨ ਹੈ। ਠੀਕ ਹੈ, ਇਟ ਵੋਂਟ ਵੀ ਅਵੇਲੇਬਲ ਟੂ ਅਦਰ ਫੰਕਸ਼ਨ ਅਨਲ ਇਟ ਇਜ਼ ਪਾਸ ਟੂ ਦੋਜ਼ ਫੰਕਸ਼ਨ ਬਾਏ ਵੈਲਿਊ ਔਰ ਬਾਏ ਐਡਰੈਸ, ਕਿ ਦੂਜੇ ਫੰਕਸ਼ਨ ਕੋਲ ਨਹੀਂ ਹੋਣੀ ਚਾਹੀਦੀ ਉਸ ਸਟਰਕਚਰ ਬਾਰੇ ਜਦੋਂ ਤੱਕ ਕਿ ਉਹ ਪਾਸ ਬਾਏ ਵੈਲਿਊ ਜਾਂ ਪਾਸ ਬਾਏ ਐਡਰੈਸ ਜਾਂ ਰੈਫਰੈਂਸਿਸ ਦੁਆਰਾ ਉਸ ਸਟਰਕਚਰ ਨੂੰ ਪਾਸ ਨਾ ਕਰੇ। ਵੀ ਹੈਵ ਟੂ ਡਿਕਲੇਅਰ ਸਟਰਕਚਰ ਵੇਰੀਏਬਲ ਐਜ਼ ਵੇਰੀਏਬਲ। ਇੱਕ ਹੋਰ ਤਰੀਕਾ ਇਹਨੂੰ ਕਿ ਸਟਰਕਚਰ ਨੂੰ ਆਪਾਂ ਗਲੋਬਲ ਵੇਰੀਏਬਲ ਡਿਕਲੇਅਰ ਕਰਕੇ ਵੀ ਦੱਸ ਸਕਦੇ ਹਾਂ ਕਿ ਇੱਕ ਗਲੋਬਲ ਵੇਰੀਏਬਲ ਹੈ ਇਹ, ਅਤੇ ਉਹ ਦੂਜੇ ਸਾਰੇ ਫੰਕਸ਼ਨਾਂ ਨੂੰ ਇਹ ਚੀਜ਼ ਮਿਲ ਜੂਗੀ। ਕਿ ਤਿੰਨ ਤਰੀਕਿਆਂ ਨਾਲ ਇਹ ਹੁੰਦੀ ਹੈ, ਪਾਸਿੰਗ ਸਟਰਕਚਰ ਬਾਏ ਵੈਲਿਊ, ਪਾਸਿੰਗ ਸਟਰਕਚਰ ਟੂ ਅ ਫੰਕਸ਼ਨ ਬਾਏ ਐਡਰੈਸ, ਅਤੇ ਨੋ ਨੋਟ ਟੂ ਪਾਸ ਆ ਸਟਰਕਚਰ ਕੀ ਪਾਸ ਹੀ ਨਹੀਂ ਕਰਦੇ, ਆਪਾਂ ਗਲੋਬਲ ਵੇਰੀਏਬਲ ਹੀ ਡਿਕਲੇਅਰ ਕਰਦੇ ਕਿ ਸਾਰੇ ਫੰਕਸ਼ਨਾਂ ਨੂੰ ਆਟੋਮੈਟਿਕਲੀ ਅਵੇਲੇਬਲ ਹੋ ਜੂ, ਜਿਵੇਂ ਗਲੋਬਲ ਵੇਰੀਏਬਲ ਆਪਾਂ ਨੂੰ ਅਵੇਲੇਬਲ ਹੁੰਦੇ ਨੇ। ਹੁਣ ਤੁਸੀਂ ਆ ਪਹਿਲੀ ਐਗਜ਼ਾਮਪਲ ਦੇਖ ਲਓ। ਠੀਕ ਹੈ, ਇਹਦੇ ਵਿੱਚ ਕੀ ਹੈ, ਤੁਹਾਨੂੰ ਐਗਜ਼ਾਮਪਲ ਸਕਰੀਨ 'ਤੇ ਬਣੀ ਹੋਈ ਹੈ, ਤੁਸੀਂ ਐਵੇਂ ਯੂਜ਼ ਕਰਕੇ ਇਹਨੂੰ ਲਿਖ ਕੇ ਆਊਟਪੁੱਟ ਦੇ ਸਕਦੇ ਹੋ ਕਿ ਬਾਏ ਵੈਲਿਊ ਹੈ। ਪਹਿਲਾਂ ਇਹਦੇ ਵਿੱਚ ਕੀ ਤੁਸੀਂ ਦੇਖੋ, ਪਹਿਲਾਂ ਸਟਰਕਚਰ ਸਟੂਡੈਂਟ ਦੀ ਇੱਕ ਸਟਰਕਚਰ ਲਿੱਤੀ ਗਈ ਜਿਸ 'ਚ ਇੱਕ ਆਈ ਡੀ ਰੱਖੀ ਗਈ ਹੈ, ਇੱਕ ਉਹਦਾ ਨੇਮ ਰੱਖਿਆ ਗਿਆ ਅਤੇ ਉਹਦੀ ਪਰਸੈਂਟੇਜ ਰੱਖੀ ਹੈ। ਮਤਲਬ ਤਿੰਨ ਫੀਲਡ ਇਕੱਠੇ ਆਪਾਂ ਪਾਸ ਕਰ ਸਕਦੇ ਹਾਂ ਅਤੇ ਇੱਕ ਅਲੱਗ-ਅਲੱਗ ਨਾਲ ਲੈ ਲਓ। ਅਤੇ ਇਹ ਸਟਰਕਚਰ ਆਪਣੇ ਕੋਲ ਹੈਗੀ ਹੈ ਕਿ ਇੱਕ ਪ੍ਰੋਪਰ ਸਟਰਕਚਰ ਬਣ ਗਈ। ਉਸ ਜੇ ਉਹਦੀ ਡਿਕਲੇਰੇਸ਼ਨ ਕੀ ਹੈ ਉਸ ਫੰਕਸ਼ਨ ਦੀ, ਫੰਕਸ਼ਨ ਸਟਰਕਚਰ ਪਹਿਲਾਂ ਤਾਂ ਨਾਮ ਦੱਸਣਾ ਕਿ ਕੀ ਚੀਜ਼ ਇਹ ਸਟਰਕਚਰ ਹੈ। ਜਿਵੇਂ ਇੰਟੀਜਰ ਵੇਰੀਏਬਲ ਲੈਂਦੇ ਸੀ ਆਪਾਂ, ਉਵੇਂ ਸਟਰਕਚਰ ਉਹਦੀ ਡੇਟਾ ਟਾਈਪ ਹੋ ਗਈ ਇੱਕ ਤਰ੍ਹਾਂ ਦੀ, ਸਟੂਡੈਂਟ ਨਾਮ ਹੋ ਗਿਆ। ਠੀਕ ਹੈ, ਉਹ ਸਟਰਕਚਰ ਦਾ, ਅਤੇ ਰਿਕਾਰਡ ਉਹਦਾ ਵੇਰੀਏਬਲ ਹੋ ਗਿਆ। ਕਿ ਇਸ ਤਰੀਕੇ ਨਾਲ ਆਪਾਂ ਪਾਸ ਕਰ ਸਕਦੇ ਹਾਂ। ਠੀਕ ਹੈ, ਇਹ ਹੋਣਗੇ ਕਿ ਫੋਰਮਲ ਪੈਰਾਮੀਟਰ ਆਪਣੇ ਫੰਕਸ਼ਨ ਦੇ ਇਹ ਹੈ ਕਿ ਇਹ ਜਿਹਾ ਆਪਣਾ ਇੱਕ ਫੰਕਸ਼ਨ ਮਿਲੋ। ਤੁਸੀਂ ਨੀਚੇ ਦੇਖ ਸਕਦੇ ਹੋ ਫੰਕਸ਼ਨ ਆਪਾਂ ਨੇ ਇੱਕ ਲੈਤਾ ਸਟਰਕਚਰ ਸਟੂਡੈਂਟ ਰਿਕਾਰਡ, ਅਤੇ ਆਪਾਂ ਉਹਦੇ ਵਿੱਚ ਰਿਕਾਰਡ ਦੇ ਵਿੱਚੋਂ ਫਿਰ ਆਪਾਂ ਸਾਰਾ ਡੇਟਾ ਕੱਢ ਸਕਦੇ ਹਾਂ। ਹੁਣ ਤੁਸੀਂ ਮੇਨ ਫੰਕਸ਼ਨ ਨੂੰ ਦੇਖੋ ਕਿ ਮੇਨ ਫੰਕਸ਼ਨ ਨੇ ਕਿਵੇਂ ਕੀਤਾ। ਪਹਿਲਾਂ ਆਪਾਂ ਸਟਰਕਚਰ ਦਾ ਇੱਕ ਓਬਜੈਕਟ ਬਣਾਇਆ, ਸਟਰਕਚਰ ਸਟੂਡੈਂਟ ਰਿਕਾਰਡ ਦਾ ਇੱਕ ਓਬਜੈਕਟ ਬਣਾਇਆ, ਰਿਕਾਰਡ ਡੋਟ ਆਈ ਡੀ, ਮਤਲਬ ਰਿਕਾਰਡ ਇੱਕ ਆਪਣੇ ਕੋਲ ਵੇਰੀਏਬਲ ਸੀ ਸਟਰਕਚਰ ਦਾ, ਉਹਦੇ ਵਿੱਚ ਅੰਦਰ ਜਾ ਕੇ ਇੱਕ ਆਈ ਡੀ ਸੀ, ਤਾਂ ਆਪਾਂ ਲਿਖਾਂਗੇ ਡੋਟ ਆਈ ਡੀ। ਅੰਦਰਲੇ ਇੱਕ ਰੈਫਰੈਂਸ ਸਿਲੈਕਟ ਕਰ ਲਈ, ਡੋਟ ਆਈ ਡੀ, ਉਹਦੇ 'ਚ 1 ਪਾਤੀ। ਠੀਕ ਹੈ, ਐਵੇਂ ਰਿਕਾਰਡ ਡੋਟ ਨੇਮ ਦੇ ਵਿੱਚ ਰਾਜੂ ਕਾਪੀ ਕਰਤਾ ਸਟਰਿੰਗ ਕਾਪੀ ਫੰਕਸ਼ਨ ਨਾਲ। ਇਹ ਆਟੋਮੈਟਿਕਲੀ ਇਹ ਪਹਿਲਾਂ ਬਣਿਆ ਹੋਇਆ ਫੰਕਸ਼ਨ ਹੈ ਜਿਹੜਾ ਸੀ ਵੱਲੋਂ ਪ੍ਰੋਵਾਈਡ ਕੀਤਾ ਗਿਆ। ਫਿਰ ਰਿਕਾਰਡ ਡੋਟ ਪਰਸੈਂਟੇਜ ਆਪਣੇ ਪਰਸੈਂਟੇਜ ਪਾਤੀ, ਫਲੋਟ ਵੇਰੀਏਬਲ 86.5% ਪਾਤੀ। ਤਾਂ ਫੰਕ ਰਿਕਾਰਡ ਜਿਹੜੀ ਰਿਕਾਰਡ ਆਪਾਂ ਸਟਰਕਚਰ ਓਬਜੈਕਟ ਬਣਾਇਆ ਸੀ ਫੰਕਸ਼ਨ ਦੇ ਵਿੱਚ, ਉਹ ਪੂਰਾ ਦਾ ਪੂਰਾ ਰਿਕਾਰਡ ਪਾਸ ਕਰਤਾ ਜਿਹੜੀ ਸਟੂਡੈਂਟ ਵੇਰੀਏਬਲ ਨੂੰ ਅੱਗੇ ਜਾ ਕੇ ਮਿਲ ਗਿਆ। ਠੀਕ ਹੈ, ਇਹ ਰਿਕਾਰਡ ਆਪਾਂ ਨੂੰ ਮਿਲਿਆ ਤਾਂ ਉਹਨੇ ਰਿਕਾਰਡ ਡੋਟ ਆਈ ਡੀ ਨਾਲ ਪ੍ਰਿੰਟ ਕਰਾ ਲਿਆ ਜਿਹੜੀ ਵੀ ਆਈ ਡੀ ਸੀ ਇੱਕ ਵੈਲਿਊ। ਫਿਰ ਰਿਕਾਰਡ ਡੋਟ ਨੇਮ ਰਾਜੂ ਪ੍ਰਿੰਟ ਕਰਾ ਲਿਆ, ਅਤੇ ਰਿਕਾਰਡ ਡੋਟ ਪਰਸੈਂਟੇਜ ਪ੍ਰਿੰਟ ਐਫ ਦੇ ਵਿੱਚ ਲਾ ਕੇ ਤਾਂ ਪਰਸੈਂਟੇਜ ਪ੍ਰਿੰਟ ਕਰ। ਇਸ ਤਰੀਕੇ ਨਾਲ ਆਪਾਂ ਸਟਰਕਚਰ ਇੱਕ ਫੰਕਸ਼ਨ ਤੋਂ ਮਤਲਬ ਦੂਜੇ ਫੰਕਸ਼ਨ 'ਤੇ ਪ੍ਰੋਵਾਈਡ ਕਰ ਸਕਦੇ ਹਾਂ। ਠੀਕ ਹੈ, ਦੂਸਰੀ ਬਾਏ ਰੈਫਰੈਂਸ ਹੈ। ਬਾਏ ਰੈਫਰੈਂਸ ਦੇ ਵਿੱਚ ਵੀ ਤੁਸੀਂ ਸੇਮ ਤਰ੍ਹਾਂ ਦੀ ਐਗਜ਼ਾਮਪਲ ਹੀ ਹੈ। ਪਹਿਲਾਂ ਤਾਂ ਸਟਰਕਚਰ ਉਵੇਂ ਸਟੂਡੈਂਟ ਦੀ ਬਣਾਈ, ਸਟੂਡੈਂਟ ਸਟਰਕਚਰ, ਅਤੇ ਆਈ ਡੀ ਨੇਮ ਪਰਸੈਂਟੇਜ ਲਿਖ ਕੇ। ਬਸ ਤੁਸੀਂ ਇੱਕ ਧਿਆਨ ਰੱਖਿਓ ਕਿ ਸਟਰਕਚਰ ਜਦੋਂ ਤੁਸੀਂ ਡਿਕਲੇਅਰ ਕਰਦੇ ਹੋ ਉੱਪਰ, ਤਾਂ ਉਹ ਕੋਈ ਵੀ ਡਿਕਲੇਰੇਸ਼ਨ ਸੈਮੀਕੋਲਨ ਨਾਲ ਬੰਦ ਹੋਊਗੀ, ਤਾਂ ਉਹ ਸਟਰਕਚਰ ਦੇ ਲਾਸਟ ਵਾਲੀ ਬ੍ਰੇਸਿਸ ਤੋਂ ਬਾਅਦ ਇੱਕ ਸੈਮੀਕੋਲਨ ਲਾਤਾ ਕਿ ਸਟਰਕਚਰ ਬੰਦ ਹੋ ਜੂਗੀ। ਹੁਣ ਤੁਸੀਂ ਇਸ ਨੂੰ ਪਹਿਲਾਂ ਡਿਕਲੇਅਰ ਕਰਤਾ ਫੰਕਸ਼ਨ ਉੱਪਰ, ਸੈਮੀਕੋਲਨ ਲਾਤਾ। ਠੀਕ ਹੈ, ਸਟਰਕਚਰ ਡਿਕਲੇਅਰ ਕਰਤੀ, ਅਤੇ ਉਦੋਂ ਬਾਅਦ ਮੇਨ ਫੰਕਸ਼ਨ ਦੇ ਵਿੱਚ ਤੁਸੀਂ ਉਸੇ ਤਰੀਕੇ ਨਾਲ ਉਹਨੂੰ ਕੋਲ ਕੀਤਾ। ਬਸ ਜਦੋਂ ਫੰਕਸ਼ਨ ਕੋਲ ਕੀਤਾ, ਜਦੋਂ ਪਹਿਲਾਂ ਰਿਕਾਰਡ ਕੀ ਕੀਤਾ ਸੀ ਆਪਾਂ ਨੇ, ਸਿੱਧਾ ਰਿਕਾਰਡ ਸੈਂਡ ਕਰਤਾ ਸੀ। ਹੁਣ ਆਪਾਂ ਨੇ ਇਹਦਾ ਐਡਰੈਸ ਸੈਂਡ ਕਰਤਾ ਫੰਕਸ਼ਨ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਪੜ੍ਹਿਆ ਕਿ ਐਡਰੈਸ ਸੈਂਡ ਕਰ ਸਕਦੇ ਹਾਂ ਐਂਪਰਸੈਂਡ ਨਾਲ, ਐਡਰੈਸ ਸੈਂਡ ਕਰ ਸਕਦਾ। ਤਾਂ ਰਿਸੀਵ ਕਿਵੇਂ ਹੋਊਗਾ, ਉਹੀ ਪੁਆਇੰਟਰ ਵੇਰੀਏਬਲ ਸਟਾਰ ਨਾਲ ਰਿਕਾਰਡ ਰਿਸੀਵ ਹੋ ਗਿਆ। ਤਾਂ ਜਦੋਂ ਵੀ ਆਪਾਂ ਕੋਈ ਉਹਦੇ ਚੇਂਜਿਸ ਕਰਨੀ ਹੈ ਤਾਂ ਚੇਂਜਿਸ ਕਰ ਸਕਦੇ ਆਪਾਂ ਨੂੰ, ਪਿੱਛੇ ਵੀ ਮੇਨ ਦੇ ਵਿੱਚ ਇਹ ਚੇਂਜਿਸ ਦਿਖਣਗੀਆਂ। ਤਾਂ ਇਹ ਐਡਰੈਸ ਬਾਈ ਰੈਫਰੈਂਸ ਹੋ ਗਈ। ਬਸ ਤੁਸੀਂ ਯਾਦ ਐਂ ਰੱਖਣਾ, ਐਡਰੈਸ ਬਾਈ ਵੈਲਿਊ ਦੇ ਵਿੱਚ ਬਸ ਇਕੱਲੀ ਵੈਲਿਊ ਭੇਜਦੇ ਹਾਂ, ਐਡਰੈਸ ਬਾਈ ਰੈਫਰੈਂਸਿਸ ਦੇ ਵਿੱਚ ਆਪਾਂ ਐਡਰੈਸ ਭੇਜਦੇ ਹਾਂ। ਹੁਣ ਤੀਸਰੀ ਆਪਣੀ ਜੋ ਹੈ ਗਲੋਬਲ ਵੇਰੀਏਬਲ ਡਿਕਲੇਅਰ ਕਰ ਦਿਓ ਇਸ ਨੂੰ, ਤਾਂ ਆਪਣਾ ਉਸ ਤਰੀਕੇ ਨਾਲ ਵੀ ਕੰਮ ਚੱਲ ਜੂ। ਇਹ ਤੁਸੀਂ ਦੇਖ ਲਓ ਕਿ ਪਹਿਲਾਂ ਸਟਰਕਚਰ ਤਾਂ ਉਸੇ ਤਰੀਕੇ ਨਾਲ ਡਿਫਾਈਨ ਕਰਤੇ ਉਹਨਾਂ ਨੇ, ਅਤੇ ਹੁਣ ਤੁਸੀਂ ਇੱਕ ਉੱਤੇ ਇਹਨਾਂ ਨੇ ਲਿਖਤਾ ਕਿ ਸਟਰਕਚਰ ਸਟੂਡੈਂਟ ਰਿਕਾਰਡ। ਠੀਕ ਹੈ, ਇੱਥੇ ਇੱਕ ਗਲੋਬਲ ਵੇਰੀਏਬਲ ਡਿਕਲੇਅਰ ਕਰਤਾ। ਗਲੋਬਲ ਡਿਕਲੇਰੇਸ਼ਨ ਕਿ ਸਟਰਕਚਰ ਇਹੋ ਜਿਹੀ ਹੈ ਕਿ ਮੇਨ ਤੋਂ ਪਹਿਲਾਂ ਸਾਰਿਆਂ ਨੂੰ ਸਟਰਕਚਰ ਬਾਰੇ ਪਤਾ ਹੋਵੇ। ਠੀਕ ਹੈ, ਇਸ ਤੋਂ ਬਾਅਦ ਇੱਕ ਸਟਰਕਚਰ ਡੈਮੋ ਆਪਾਂ ਨੇ ਫੰਕਸ਼ਨ ਹੋਰ ਲੈ ਲਿਆ ਕਿ ਇੱਕ ਸਟਰਕਚਰ ਡੈਮੋ ਹੈ ਕਿ ਦੂਸਰੇ ਫੰਕਸ਼ਨ ਇਸ ਫੰਕਸ਼ਨ ਨੂੰ ਪਤਾ ਹੈ ਕਿ ਨਹੀਂ ਪਤਾ, ਆਪਾਂ ਇਹ ਚੈੱਕ ਕਰਨ ਵਾਸਤੇ ਲੈਤਾ ਹੈ। ਹੁਣ ਤੁਸੀਂ ਜਦੋਂ ਦੇਖੋਗੇ ਕਿ ਮੇਨ ਫੰਕਸ਼ਨ ਦੇ ਵਿੱਚੋਂ ਜਦੋਂ ਰਿਕਾਰਡ ਦੇ ਵਿੱਚ 1 ਪਾ ਲਿਆ ਸੀ ਆਪਦੇ ਵੈਲਿਊਜ਼ ਪਾਉਣ ਤੋਂ ਬਾਅਦ, ਸਟਰਕਚਰ ਡੈਮੋ ਨੂੰ ਆਪਾਂ ਨੇ ਕੋਲ ਕੀਤਾ। ਜਦੋਂ ਸਟਰਕਚਰ ਡੈਮੋ ਦੇ ਵਿੱਚ ਆਇਆ ਕਿ ਆਪਾਂ ਨੇ ਫਿਰ ਕੀ ਕੀਤਾ,
ਰਿਕਾਰਡ ਡੋਟ ID ਨੋਮ ਅਤੇ ਪਰਸੈਂਟੇਜ ਨੂੰ ਪ੍ਰਿੰਟ ਕਰਾਇਆ। ਠੀਕ ਹੈ, ਰਿਕਾਰਡ ਦੇ ਵਿੱਚ ਜੋ ਵੀ ਵੈਲਿਊ ਸੀ ਉਹ ਇਸ ਨੂੰ ਵੀ ਮਿਲ ਗਈਆਂ ਅਤੇ ਮੇਨ ਨੂੰ ਵੀ ਮਿਲ ਗਈਆਂ। ਮੇਨ ਦੇ ਵਿੱਚ ਆਪਾਂ ਨੇ ਵੈਲਿਊਜ਼ ਪਾਤੀਆਂ ਅਤੇ ਸਟਰਕਚਰ ਡੈਮੋ ਦੇ ਵਿੱਚ ਆਪਾਂ ਨੇ ਵੈਲਿਊਜ਼ ਕੱਢ ਲਈਆਂ। ਤਾਂ ਇਸ ਤੋਂ ਆਪਾਂ ਨੂੰ ਕਲੀਅਰ ਹੋ ਗਿਆ ਕਿ ਆਪਾਂ ਜਦੋਂ ਗਲੋਬਲ ਵੇਰੀਏਬਲ ਡਿਕਲੇਅਰ ਕਰਦੇ ਨੇ ਤਾਂ ਉਹ ਸਾਰੇ ਫੰਕਸ਼ਨਾਂ ਨੂੰ ਫਾਈਲ ਦੇ ਮਿਲੂਗਾ। ਇਹ ਸਾਰਾ ਆਪਣਾ ਫੰਕਸ਼ਨ ਬਾਰੇ ਸੀ ਕਿ ਫੰਕਸ਼ਨ ਕੋਲ ਬਾਏ ਵੈਲਿਊ ਅਤੇ ਕੋਲ ਬਾਏ ਰੈਫਰੈਂਸ ਕਿਵੇਂ ਕੋਲ ਹੁੰਦੇ ਨੇ। ਠੀਕ ਹੈ, ਫੰਕਸ਼ਨਸ ਦੇ ਪੂਰੇ ਟੋਪਿਕ ਦੇ ਵਿੱਚ ਇੰਨਾ ਹੀ ਕੁਛ ਸੀ, ਇਸ ਤੋਂ ਬਾਅਦ ਜ਼ਿਆਦਾ ਕੁਛ ਹੈ ਨਹੀਂ ਹੈ। ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਧੰਨਵਾਦ।